राइट। आई होप ਤੁਹਾਨੂੰ ਪਿਛਲੀ ਵੀਡੀਓ ਬਹੁਤ ਪਸੰਦ ਆਈ ਹੋਊਗੀ ਔਰ ਐਪਰੀਸ਼ੀਏਸ਼ਨ ਦੇਣ ਵਾਸਤੇ ਸਭ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਵੀਡੀਓ ਵੀ ਬਹੁਤ ਖਾਸ ਰਹਿਣ ਵਾਲੀ ਆ ਤੁਹਾਡੇ ਆਉਣ ਵਾਲੇ ਪੇਪਰ ਵਾਸਤੇ, ਕਿਉਂਕਿ ਇਹਦੇ ਵਿੱਚ ਆਪਾਂ ਪੜਾਂਗੇ ਪੂਰਾ ਡਾਈਜੈਸਟਿਵ ਸਿਸਟਮ ਕਿ ਆਪਾਂ ਜੋ ਵੀ ਖਾਣਾ ਖਾਂਦੇ ਆ, ਠੀਕ ਹੈ, ਰੋਟੀ ਵਗੈਰਾ, ਉਹ ਕਿਵੇਂ ਕਿਹੜੇ ਠੀਕ ਹੈ ਪਾਰਟਸ ਦੇ ਵਿੱਚ ਕਿਹੜੇ ਪਾਰਟਸ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਡਾਈਜੈਸਟ ਹੁੰਦੀ ਹੈ, ਜਾਂ ਕਿਵੇਂ ਕਿਹੜੇ ਆਰਗਨ ਦੇ ਥਰੂ ਲੰਘ ਕੇ ਜਾਂਦੀ ਹੈ ਆਪਣੇ ਜੋ ਵੀ ਆਪਾਂ ਚੀਜ਼ ਖਾਣੇ ਪੀਂਦੇ ਆ। ਰਾਈਟ, ਆ ਫੋਟੋ ਤੁਸੀਂ ਦੇਖ ਰਹੇ ਹੋਵੋਗੇ ਰਾਜੇ, ਜਿਹੜਾ ਇਹਦਾ ਇਹ ਵਾਲਾ ਪਾਰਟ ਹੈ, ਇਸ ਸਾਈਡ ਵਾਲਾ ਪਾਰਟ ਮਾਊਥ ਹੋ ਗਿਆ, ਔਸਫੋਗਸ ਹੋ ਗਿਆ, ਸਟਮਕ ਹੋ ਗਿਆ, ਸਮਾਲ ਇੰਟੈਸਟਾਈਨ ਹੋ ਗਈ, ਲਾਰਜ ਇੰਟੈਸਟਾਈਨ ਹੋ ਗਈ। ਇਹ ਆਪਾਂ ਪੜ੍ਹਨਾ ਅੱਜ। ਜਿਹੜਾ ਇੱਧਰ ਰਹਿ ਗਿਆ ਜਿਵੇਂ ਸੈਲਵੀਰਾ ਗ੍ਰੈਂਡ ਹੋ ਗਿਆ, ਲਿਵਰ ਹੋ ਗਿਆ, ਗੋਲ ਬਲੈਡਰ ਹੋ ਗਿਆ, ਪੈਨਿਕ੍ਰੇਸਾ ਹੋ ਗਿਆ, ਅਪੈਂਡਿਕਸ ਹੋ ਗਈ, ਇਹ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਊਗੀ ਔਰ ਆਪਣਾ ਇੰਟਰਸਟ ਵੀ ਉਹਨਾਂ ਖਤਮ ਹੋ ਜਾਂਦਾ ਕਈ ਵਾਰੀ ਜਦੋਂ ਵੀਡੀਓ ਲੰਬੀ ਹੋ ਜਾਵੇ। ਰਾਈਟ ਹੈ, ਤਾਂ ਅੱਜ ਵੀ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਹੈ, ਬਹੁਤ ਹੀ ਇਨਫੋਰਮੇਟਿਵ ਸੈਸ਼ਨ ਰਹੂਗਾ ਰਾਜੇ, ਤੇ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕੀਤੀ ਹੈ ਕਿ ਤੁਹਾਨੂੰ ਬਹੁਤ ਸਿੰਪਲ ਲੈਂਗੁਏਜ ਦੇ ਵਿੱਚ ਲਿਖਿਆ ਗਿਆ, ਕਾਫੀ ਸੋਰਸ ਤੋਂ ਦੇਖ ਮਤਲਬ ਕਿ ਇਨਫੋਰਮੇਸ਼ਨ ਲੈ ਕੇ ਕਿ ਸਭ ਤੋਂ ਸੌਖੇ ਢੰਗ ਨਾਲ ਤੁਹਾਨੂੰ ਕਰਾਇਆ ਜਾਵੇ, ਤਾਂ ਜੋ ਤੁਸੀਂ ਪੇਪਰ ਦੇ ਵਿੱਚ ਕਿਤੋਂ ਵੀ ਕੁਐਸਚਨ ਆ ਜਾਏ ਡਾਈਜੈਸਟਿਵ ਸਿਸਟਮ ਤੋਂ, ਤੁਸੀਂ ਉਹਨੂੰ ਚੁਟਕੀਆਂ ਦੇ ਵਿੱਚ ਕਰ ਸਕੋ ਬਿਨਾਂ ਕਿਸੇ ਸੋਚੇ ਸਮਝੇ। ਰਾਈਟ, ਚਲੋ ਸਟਾਰਟ ਕਰਦੇ ਹਾਂ ਰਾਜੇ ਅੱਜ ਦੀ ਵੀਡੀਓ। ਤਾਂ ਧਿਆਨ ਨਾਲ ਦਿਮਾਗ ਖੋਲ ਕੇ ਬੈਠਣਾ, ਵੀਡੀਓ ਨੂੰ ਉਦੋਂ ਦੇਖਣਾ ਜਦੋਂ ਤੁਹਾਡਾ ਮਨ ਹੋਊਗਾ, ਫਰੈਸ਼ ਮਾਈਂਡ ਦੇ ਨਾਲ ਵੀਡੀਓ ਦੇਖਣੀ ਹੈ ਤਾਂ ਸਮਝ ਆਊਗੀ, ਅਦਰਵਾਈਜ਼ ਤੁਹਾਡੇ ਸਿਰ ਦੇ ਉੱਤੋਂ ਲੰਘ ਜੂਗਾ ਸਾਰਾ ਸਿਸਟਮ ਅੱਜ ਵਾਲਾ। ਰਾਈਟ, ਚਲੋ ਸਟਾਰਟ ਕਰਦੇ ਹਾਂ ਆਪਾਂ। ਕੁਐਸਚਨ ਕਿਵੇਂ ਬਣ ਸਕਦੇ ਆ, ਇਹਦੇ ਵਿੱਚ ਮੈਂ ਕੁਐਸਚਨ ਬਹੁਤ ਘੱਟ ਪਾਏ ਆ, ਕਿਉਂਕਿ ਆਪਾਂ ਜਿਹੜੇ ਇਹਦੇ ਉੱਪਰ ਕੁਐਸਚਨ ਆਉਂਦੇ ਆ ਉਹ ਆਪਾਂ ਕਿਸੇ ਅਲੱਗ ਵੀਡੀਓ 'ਚ ਕਰਾਂਗੇ, ਕਿਉਂਕਿ ਵੀਡੀਓ ਲੰਬੀ ਹੋ ਜੂਗੀ, ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਇੱਕ ਆਈਡੀਆ ਦਿੱਤਾ ਕਿ ਕੁਐਸਚਨ ਕਿਵੇਂ ਬਣ ਸਕਦੇ ਆ। ਤਾਂ ਰਾਜੇ ਕੁਐਸਚਨ ਬੜੇ ਸੌਖੇ ਪੁੱਛੇ ਜਾਂਦੇ ਆ। ਕਹਿੰਦਾ ਸਰੀਰ ਦੇ ਕਿਸ ਹਿੱਸੇ ਵਿੱਚ ਪ੍ਰੋਟੀਨ ਦੀ ਪਾਚਨ ਕਿਰਿਆ ਸ਼ੁਰੂ ਹੁੰਦੀ ਹੈ? ਪੈਨਿਕ੍ਰਸਟ 'ਚ ਹੁੰਦੀ ਹੈ, ਪੇਟ 'ਚ ਹੁੰਦੀ ਹੈ, ਛੋਟੀ ਆਂਤੜੀ ਜਿਹਨੂੰ ਆਪਾਂ ਸਮਾਲ ਇੰਟੈਸਟਾਈਨ ਕਹਿ ਦਿੰਦੇ ਆ, ਲਾਰਜ, ਠੀਕ ਹੈ, ਇੰਟੈਸਟਾਈਨ ਜਿਹਨੂੰ ਵੱਡੀ ਆਂਤੜੀ ਕਹਿ ਦਿੰਦੇ ਆ, ਕਿਹਦੇ ਵਿੱਚ ਸਟਾਰਟ ਹੁੰਦੀ ਹੈ? ਤਾਂ ਇਹਦਾ ਆਨਸਰ ਹੈਗਾ ਪੇਟ ਦੇ ਵਿੱਚ ਹੁੰਦੀ ਹੈ। ਤਾਂ ਅੱਜ ਦੀ ਜਦੋਂ ਤੁਸੀਂ ਵੀਡੀਓ ਦੇਖ ਲਓਗੇ ਤਾਂ ਤੁਸੀਂ ਇਹਦਾ ਬਹੁਤ ਆਸਾਨੀ ਦੇ ਨਾਲ ਆਨਸਰ ਕਰ ਪਾਓਗੇ, ਕਿਉਂਕਿ ਜਦੋਂ ਤੁਸੀਂ ਥਿਊਰੀ ਪੜ੍ਹ ਲਈ, ਕੁਐਸਚਨ ਜਿੱਥੋਂ ਮਰਜ਼ੀ ਘੁਮਾ ਫਰਾ ਕੇ ਆ ਜੇ, ਵਿੰਗਾ ਟੇਢਾ ਪੁੱਠਾ ਸਿੱਧਾ, ਤੁਸੀਂ ਉਹਦਾ ਆਨਸਰ ਕਰੋਗੇ ਚੁਟਕੀਆਂ ਦੇ ਵਿੱਚ। ਰਾਈਟ, ਚਲੋ ਨੈਕਸਟ ਦੇਖਦੇ ਹਾਂ ਕੀ ਕਹਿ ਰਿਹਾ ਹੈ। ਕਹਿੰਦਾ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਕਿ ਪਾਚਨ ਪ੍ਰਣਾਲੀ ਹੁੰਦੀ ਕੀ ਹੈ। ਕਹਿੰਦਾ ਪਾਚਨ ਪ੍ਰਣਾਲੀ ਕੀ ਹੁੰਦੀ ਹੈ ਰਾਜੇ? ਡਾਈਜੈਸਟਿਵ ਸਿਸਟਮ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਕਹਿੰਦਾ ਭੋਜਨ ਨੂੰ ਪੌਸ਼ਟਿਕ ਤੱਤਾਂ ਵਿੱਚ ਤੋੜਨ ਵਿੱਚ ਸਹਾਈ ਹੁੰਦੀ ਹੈ। ਹੁਣ ਆਪਾਂ ਜੋ ਵੀ ਚੀਜ਼ ਖਾਂਦੇ ਆ ਰਾਜੇ, ਉਹਨੂੰ ਅੱਗੇ ਕੀ ਹੈ, ਸਮਾਲ ਪੀਸਿਸ ਦੇ ਵਿੱਚ ਕੀ ਕੀਤਾ ਜਾਂਦਾ, ਤੋੜਿਆ ਜਾਂਦਾ, ਫਿਰ ਚਬਾਇਆ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਉਹਦੇ ਵਿੱਚ ਕੀ ਹੈ, ਮੋਲੀਕੂਲ ਵਗੈਰਾ ਬਣਦੇ ਜਿਹਨੂੰ ਆਪਾਂ ਅਣੂ ਕਹਿ ਦਿੰਦੇ ਆ, ਫਿਰ ਉਹਨੂੰ ਕੀ ਹੈ ਡਾਈਜੈਸਟ ਕੀਤਾ ਜਾਂਦਾ, ਅਬਜ਼ੌਰਬ ਕੀਤਾ ਜਾਂਦਾ, ਫਿਰ ਜਾ ਕੇ ਉਹਦੀ ਰਹਿੰਦ ਖੂੰਹਦ ਵੱਖਰੀ ਕੀਤੀ ਜਾਂਦੀ ਹੈ। ਮਤਲਬ ਕਿ ਇੱਕ ਨਹੀਂ ਬਹੁਤ ਸਾਰੇ ਪੜਾਵਾਂ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਜੋ ਵੀ ਭੋਜਨ ਆਪਾਂ ਖਾਂਦੇ ਆ, ਤਾਂ ਹੀ ਆਪਣੇ ਸਰੀਰ ਨੂੰ ਕੀ ਮਿਲਦੀ ਹੈ, ਊਰਜਾ ਮਿਲਦੀ ਹੈ। ਕਹਿੰਦਾ ਉਸ ਤੋਂ ਬਾਅਦ ਕਹਿੰਦਾ ਫਿਰ ਸੰਚਾਰ ਪ੍ਰਣਾਲੀ ਦੇ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉੱਥੇ ਲਿਜਾਇਆ ਜਾਂਦਾ ਹੈ ਜਿੱਥੇ ਉਹਨਾਂ ਦੀ ਸਰੀਰ ਵਿੱਚ ਜ਼ਰੂਰਤ ਹੁੰਦੀ ਹੈ। ਤਾਂ ਰਾਈਟ ਹੈ ਰਾਜੇ, ਜਿਹੜੇ ਪੌਸ਼ਟਿਕ ਤੱਤ ਆ ਭੋਜਨ ਤੋਂ ਵੱਖਰੇ ਕੀਤੇ ਜਾਂਦੇ ਆ, ਤਾਂ ਆਪਣੀ ਜਿਹੜੀ ਸੰਚਾਰ ਪ੍ਰਣਾਲੀ ਹੈਗੀ ਆ, ਸਰਕੂਲੇਸ਼ਨ ਸਿਸਟਮ, ਉਹਦੇ ਦੁਆਰਾ ਖੂਨ ਦੇ ਵਿੱਚ ਮਿਲਾ ਕੇ ਹਰੇਕ ਅੰਗ ਤੱਕ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਕੀ ਹੁੰਦੀ ਆ, ਜ਼ਰੂਰਤ ਹੁੰਦੀ ਹੈ। ਰਾਈਟ, ਤਾਂ ਹਰ ਇੱਕ ਸਿਸਟਮ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦਾ, ਤਾਲਮੇਲ ਦੇ ਵਿੱਚ ਕੰਮ ਕਰਦਾ, ਤੇ ਆਪਾਂ ਕੱਲਾ ਸਿਸਟਮ ਪੜਾਂਗੇ। ਤੇ ਅੱਜ ਆਪਾਂ ਪੜ੍ਹ ਰਹੇ ਹਾਂ ਡਾਈਜੈਸਟਿਵ ਸਿਸਟਮ। ਹੁਣ ਜਿਹੜਾ ਡਾਈਜੈਸਟਿਵ ਸਿਸਟਮ ਹੈ ਰਾਜੇ, ਇਹਦੇ ਵਿੱਚ ਕੀ ਆ? ਕਹਿੰਦਾ ਜਿਹੜਾ ਫੂਡ ਹੈ ਉਹ 4 ਸਟੇਜਾਂ ਦੇ ਵਿੱਚ ਪ੍ਰੋਸੈਸ ਹੋ ਕੇ ਜਾਂਦਾ ਹੈ। ਉਹ 4 ਸਟੇਜਾਂ ਕਿਹੜੀਆਂ ਰਾਜੇ? ਪਹਿਲਾ ਹੈਗਾ ਇੰਜੈਸ਼ਨਸ ਹੁੰਦਾ ਕਿ ਮੰਨ ਲਓ ਕੋਈ ਚੀਜ਼ ਨੂੰ ਆਪਾਂ ਗ੍ਰਹਿਣ ਕਰਨਾ, ਖਾਣਾ, ਆਪਣੇ ਸਰੀਰ ਦੇ ਅੰਦਰ ਲੈਣਾ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਰੋਟੀ ਵਗੈਰਾ ਖਾਵਾਂਗੇ ਜਾਂ ਕੋਈ ਭੋਜਨ ਖਾਵਾਂਗੇ ਤਾਂ ਉਹਨੂੰ ਚੱਕ ਕੇ ਕੀ ਕਰਾਂਗੇ, ਮੂੰਹ ਦੇ ਵਿੱਚ ਪਾਵਾਂਗੇ, ਤਾਂ ਉਸੇ ਚੀਜ਼ ਨੂੰ ਕੀ ਕਹਿ ਦਿੰਦੇ ਆ, ਇੰਜੈਸ਼ਨਸ ਕਹਿ ਦਿੰਦੇ ਆ, ਠੀਕ ਹੈ। ਰਾਈਟ ਹੈ, ਉਸ ਤੋਂ ਬਾਅਦ ਅਗਰ ਰਾਜੇ ਡਾਈਜੈਸ਼ਨ ਹੋ ਗਿਆ, ਜਿਵੇਂ ਮੰਨ ਲਓ ਕੋਈ ਚੀਜ਼ ਆਪਾਂ ਖਾ ਲਈ, ਉਸ ਤੋਂ ਬਾਅਦ ਕੀ ਆ, ਭੋਜਨ ਨੂੰ ਕੀ ਕਰਕੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਦੰਦਾਂ ਦੇ ਰਾਹੀਂ, ਤਾਂ ਉਹਦੇ ਵਿੱਚ ਕੀ ਹੋਊਗਾ? ਕਹਿੰਦਾ ਪੌਸ਼ਟਿਕ ਤੱਤਾਂ ਦੇ ਵਿੱਚ ਕੀ ਆ, ਤੋੜਨਾ। ਮਤਲਬ ਕਿ ਭੋਜਨ ਤੋਂ ਕੀ ਬਣ ਜਾਣਗੇ, ਛੋਟੇ ਮੋਲੀਕੂਲਸ ਬਣ ਜਾਣਗੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਪੌਸ਼ਟਿਕ ਤੱਤ। ਨੈਕਸਟ ਸਟੈਪ ਹੈਗਾ ਰਾਜੇ ਅਬਜ਼ੌਰਪਸ਼ਨ ਮਤਲਬ ਕਿ ਜੋ ਵੀ ਆਪਾਂ ਮਤਲਬ ਕਿ ਆਪਾਂ ਪੌਸ਼ਟਿਕ ਤੱਤ ਲਏ ਆ ਉਹਨਾਂ ਨੂੰ ਕੀ ਆ, ਡਾਈਜੈਸਟ ਕਰਨਾ ਸਰੀਰ ਦੇ ਦੁਆਰਾ। ਸਰੀਰ ਦੇ ਵਿੱਚ ਕੀ ਹੋਣਗੇ,
ਸੈਲਸ ਹੋਣਗੇ ਜਿਹੜੇ ਕਿ ਆਪਾਂ ਨੂੰ ਕੀ ਕਰਨਗੇ, ਮਦਦ ਕਰਨਗੇ ਭੋਜਨ ਦੇ ਵਿੱਚੋਂ ਪੌਸ਼ਟਿਕ ਤੱਤਾਂ ਨੂੰ ਕੀ ਕਰਨ ਵਾਸਤੇ, ਹਜਮ ਕਰਨ ਵਾਸਤੇ, ਰਾਈਟ। ਲਾਸਟ ਹੈਗਾ ਇੰਜੈਕਸ਼ਨਸ। ਇੰਜੈਕਸ਼ਨਸ ਹੁੰਦਾ ਕਿ ਮੰਨ ਲਓ ਕੋਈ ਚੀਜ਼ ਜਿਹੜੀ ਬਚ ਗਈ ਆ, ਰਹਿੰਦ ਖੂੰਦ ਜਿਹੜੀ ਭੋਜਨ ਦੇ ਵਿੱਚੋਂ ਪੌਸ਼ਟਿਕ ਤੱਤ ਆਪਾਂ ਕੱਢ ਲਏ ਆ, ਜਿਹੜੀ ਰਹਿੰਦ ਖੂੰਦ ਬਚ ਗਈ, ਵੇਸਟ ਮਟੀਰੀਅਲ ਬਚ ਗਿਆ, ਉਹਨੂੰ ਕੀ ਕਰਨਾ, ਦੂਰ ਕਰਨਾ ਆਪਣੇ ਸਰੀਰ ਤੋਂ, ਰਾਈਟ। ਇਹ ਸੀਗੇ 4 ਪਾਰਟਸ ਦੇ ਵਿੱਚ ਆਪਣਾ ਕੀ ਹੁੰਦਾ, ਭੋਜਨ ਦਾ ਫੂਡ ਪ੍ਰੋਸੈਸ ਹੁੰਦਾ ਆਪਣੀ ਬੋਡੀ ਦੇ ਅੰਦਰ, ਔਰ ਕਿਵੇਂ ਕਿਵੇਂ ਹੁੰਦਾ ਉਹ ਆਪਾਂ ਨੈਕਸਟ ਦੇਖਦੇ ਹਾਂ। ਇਹਨਾਂ 4 ਤੋਂ ਕੁਐਸਚਨ ਪੁੱਛਿਆ ਜਾਂਦਾ ਰਾਜੇ ਕਿ ਆਹ ਬਹੁਤ ਵਾਰ ਪੁੱਛਿਆ ਜਾਂਦਾ, ਵਾਟ ਇਜ਼ ਇੰਜੈਕਸ਼ਨਸ। ਇੰਜੈਕਸ਼ਨ ਹੁੰਦਾ ਕਿ ਮੰਨ ਲਓ ਕਿ ਜੋ ਰਹਿੰਦ ਖੂੰਦ ਬਚ ਗਈ ਉਹਨੂੰ ਸਰੀਰ ਤੋਂ ਦੂਰ ਕਰਨਾ, ਠੀਕ ਹੈ, ਤਾਂ ਰਾਈਟ ਹੈ। ਨੈਕਸਟ ਦੇਖਦੇ ਹਾਂ ਆਪਾਂ ਹੁਣ ਕੀ ਹੈ, ਜਰਨੀ ਦੇਖਣੀ ਆਪਾਂ ਕਿ ਕਿੱਥੋਂ ਸਟਾਰਟ ਹੁੰਦਾ ਹੈ ਭੋਜਨ ਦਾ ਡਾਈਜੈਸਟਿਵ ਸਿਸਟਮ ਦੇ ਵਿੱਚ ਤੇ ਕਿੱਥੋਂ ਖਤਮ ਹੁੰਦਾ ਹੈ। ਤਾਂ ਤੁਸੀਂ ਦੇਖ ਲਓ ਰਾਜੇ, ਆਪਾਂ ਜੋ ਵੀ ਚੀਜ਼ ਖਾਂਦੇ ਆ ਮਾਊਥ ਤੋਂ ਖਾਂਦੇ ਆ, ਮਾਊਥ ਤੋਂ ਬਾਅਦ ਕੀ ਆ ਜਾਂਦਾ ਆਪਣਾ ਗਲਟ। ਗਲਟ ਹੁੰਦਾ ਕਿ ਜਿਵੇਂ ਜਿਹਨੂੰ ਆਪਾਂ ਕਹਿ ਦਿੰਦੇ ਆ ਫੂਡ ਪਾਈਪ ਕਹਿ ਦਿੰਦੇ ਆ, ਠੀਕ ਹੈ, ਭੋਜਨ ਨਲੀ ਕਹਿ ਦਿੰਦੇ ਆ, ਔਸਫੋਗਸ ਕਹਿ ਦਿੰਦੇ ਆ। ਉਸ ਤੋਂ ਬਾਅਦ ਆ ਗਿਆ ਸਟਮਕ, ਆਪਣਾ ਪੇਟ ਆ ਗਿਆ, ਪੇਟ ਤੋਂ ਬਾਅਦ ਕੀ ਆ ਗਈ ਛੋਟੀ ਅੰਤੜੀ, ਫਿਰ ਵੱਡੀ ਅੰਤੜੀ ਤੇ ਫਿਰ ਕੀ ਆ ਗਿਆ ਆਪਣਾ ਗੁੱਦਾ, ਜਿੱਥੋਂ ਕਿ ਆਪਾਂ ਮਤਲਬ ਕਿ ਵੇਸਟ ਮਟੀਰੀਅਲ ਬਾਹਰ ਕੱਢਦੇ ਆ। ਤਾਂ ਇਹ ਸਾਰਾ ਕੀ ਹੈ ਰਾਜੇ, ਇੱਕ ਸਰਕਲ ਹੈ ਜਿਹਦੇ ਵਿੱਚ ਕੀ ਆ ਕੰਮ ਹੋਊਗਾ ਡਾਈਜੈਸਟਿਵ ਸਿਸਟਮ ਦੇ ਵਿੱਚ। ਤੇ ਆਪਾਂ ਕੱਲੀ ਕੱਲੀ ਚੀਜ਼ ਪੜਾਂਗੇ, ਮਾਊਥ ਕੀ ਕੰਮ ਕਰਦਾ ਹੈ, ਔਸਫੋਗਸ ਕੀ ਕੰਮ ਕਰਦੀ ਹੈ, ਸਟਮਕ ਕੀ ਕੰਮ ਕਰਦਾ ਹੈ, ਠੀਕ ਹੈ। ਤਾਂ ਪਹਿਲਾਂ ਸਟਾਰਟ ਕਰਦੇ ਆ ਆਪਾਂ ਮਾਊਥ ਤੋਂ ਸਟਾਰਟ ਕਰਦੇ ਆ ਰਾਜੇ। ਕਹਿੰਦਾ ਮੂੰਹ ਕੀ ਆ, ਕਹਿੰਦਾ ਪਾਚਨ ਪ੍ਰਣਾਲੀ ਦੀ ਸ਼ੁਰੂਆਤ ਹੈ, ਮਤਲਬ ਕਿ ਫਰੰਟ ਐਂਡ ਕੀ ਆਪਣਾ ਮੂੰਹ ਹੈ, ਜਿੱਥੇ ਕੀ ਆਪਾਂ ਭੋਜਨ ਨੂੰ ਕੀ ਕਰਦੇ ਆ, ਐਂਟਰ ਕਰਦੇ ਆ। ਕਹਿੰਦਾ ਭੋਜਨ ਦੀ ਪਹਿਲੀ ਦੰਦੀ, ਮਤਲਬ ਆਪਾਂ ਬੁਰਕੀ ਵਗੈਰਾ ਵੱਢਦੇ ਆ ਜਾਂ ਆਪਾਂ ਚੱਕ ਮਾਰਦੇ ਆ, ਕਹਿੰਦਾ ਭੋਜਨ ਦੀ ਪਹਿਲੀ ਦੰਦੀ ਲੈਣ ਤੋਂ ਪਹਿਲਾਂ ਪਾਚਨ ਕਿਰਿਆ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋਗੇ ਸਰ ਇਹ ਕਿੱਦਾਂ ਪੋਸੀਬਲ ਹੈ ਕਿ ਭੋਜਨ ਖਾਣ ਤੋਂ ਪਹਿਲਾਂ ਹੀ ਭੋਜਨ ਦੀ ਪਾਚਨ ਪ੍ਰਕਿਰਿਆ ਸ਼ੁਰੂ ਹੋ ਗਈ। ਤਾਂ ਰਾਜੇ ਕਹਿੰਦੇ ਆ ਕਿ ਅਗਰ ਆਪਾਂ ਮੈਡੀਕਲ ਟਰਮ ਦੇ ਵਿੱਚ ਦੇਖੀਏ, ਸਾਇੰਟੀਫਿਕ ਟਰਮ ਦੇ ਵਿੱਚ ਦੇਖੀਏ ਕਿ ਜਦੋਂ ਆਪਾਂ ਮੰਨ ਲਓ ਭੋਜਨ ਨੂੰ ਖਾਣ ਦੀ ਕੋਸ਼ਿਸ਼ ਕੀਤੀ, ਮਤਲਬ ਕਿ ਆਪਣੇ ਨੇੜੇ ਲੈ ਕੇ ਆਏ, ਤਾਂ ਜਿਹੜੀ ਭੋਜਨ ਦੀ ਸਮੈਲ ਹੈ, ਠੀਕ ਹੈ, ਭੋਜਨ ਦੀ ਜਿਹੜੀ ਖੁਸ਼ਬੂ ਹੈ ਆਪਣੇ ਨੱਕ ਤੱਕ ਪਹੁੰਚੂਗੀ, ਤਾਂ ਆਪਣੇ ਅੰਦਰ ਕੀ ਹੈ, ਇੱਕ ਲਾਰ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਲਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਇਹਨੂੰ ਤਾਂ ਦੇਖ ਕੇ ਮਤਲਬ ਕਿ ਦਿਲ ਕਰ ਰਿਹਾ ਯਾਰ ਕੁਝ ਖਾਣ ਨੂੰ। ਆਮ ਜਿਵੇਂ ਆਪਾਂ ਗੋਲ ਗੱਪੇ ਦੇਖਦੇ ਹਾਂ, ਆਪਣਾ ਦਿਲ ਕਰ ਆਉਂਦਾ ਯਾਰ ਆਪਾਂ ਵੀ ਖਾ ਹੀ ਲਈਏ। ਉਹ ਮਤਲਬ ਕੀ ਹੈ ਕਿ ਆਪਣੇ ਮਨ ਦੇ ਅੰਦਰ ਇੱਛਾ ਪੈਦਾ ਹੋ ਜਾਂਦੀ ਹੈ। ਉਹ ਤਾਂ ਹੁੰਦੀ ਹੈ ਕਿ ਆਪਣੇ ਅੰਦਰ ਕੀ ਹੁੰਦੇ ਨੇ, ਲਾਰਸ ਹੁੰਦੀਆਂ ਨੇ ਜਿਹੜੀਆਂ ਕਿ ਭੋਜਨ ਨੂੰ ਪਾਚਨ ਦੇ ਵਿੱਚ ਸਹਾਈ ਹੁੰਦੀਆਂ ਨੇ। ਤਾਂ ਉਹਦੇ ਕਰਕੇ ਰਾਜੇ ਆਪਣੇ ਖਾਣ ਤੋਂ ਪਹਿਲਾਂ ਹੀ ਕੀ ਸ਼ੁਰੂ ਹੋ ਜਾਂਦੀ ਹੈ, ਆਪਣੇ ਅੰਦਰ ਪਾਚਨ ਕਿਰਿਆ ਸ਼ੁਰੂ ਹੋ ਜਾਂਦੀ ਹੈ, ਰਾਈਟ ਹੈ। ਕਹਿੰਦਾ ਜਦੋਂ ਅਸੀਂ ਭੋਜਨ ਦੀ ਖੁਸ਼ਬੂ ਲੈਂਦੇ ਹਾਂ ਤਾਂ ਸਾਡੇ ਮੂੰਹ ਦੇ ਵਿੱਚ ਕੀ ਹੁੰਦਾ, ਕਹਿੰਦਾ ਸੈਲਵਰੀ ਗਲੈਂਡਸ ਹੁੰਦੇ ਨੇ ਜਿਹਦੇ ਵਿੱਚ ਕੀ ਪੈਦਾ ਹੋ ਜਾਂਦੀ ਹੈ, ਲਾਰ ਪੈਦਾ ਹੋ ਜਾਂਦੀ ਹੈ। ਆ ਗਲੈਂਡਸ ਵਗੈਰਾ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਕਰਾਊਂਗਾ ਕਿ ਕਿਵੇਂ ਕੰਮ ਕਰਦੇ ਨੇ। ਫਿਲਹਾਲ ਇੰਨਾ ਹਾਈ ਲੈਵਲ ਵੈਸੇ ਆਪਾਂ ਨੂੰ ਕਰਨ ਦੀ ਜ਼ਰੂਰਤ ਵੀ ਨਹੀਂ ਹੈਗੀ, ਪਰ ਆਪਣੇ ਕੋਲ ਟਾਈਮ ਹੈਗਾ ਇਸ ਕਰਕੇ ਆਪਾਂ ਕਰਾਂਗੇ, ਕਿਉਂਕਿ ਆਪਾਂ ਕਰਨੀ ਆ 101% ਤਿਆਰੀ। ਇਸ ਤੋਂ ਬਾਅਦ ਕਹਿੰਦਾ ਜਦੋਂ ਇੱਕ ਵਾਰ ਭੋਜਨ ਸਾਡੇ ਮੂੰਹ ਦੇ ਵਿੱਚ ਦਾਖਲ ਹੋ ਗਿਆ ਤਾਂ ਕਹਿੰਦਾ ਅਸੀਂ ਆਪਣੇ ਦੰਦਾਂ ਰਾਹੀਂ ਇਸ ਨੂੰ ਕੀ ਕਰਾਂਗੇ, ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੀ ਕਰ ਦਾਂਗੇ, ਤਬਦੀਲ ਕਰਨਾ ਸ਼ੁਰੂ ਕਰ ਦੇਵਾਂਗੇ, ਰਾਈਟ ਹੈ। ਤਾਂ ਇਹ ਹੈ ਭਾਈ ਮੂੰਹ ਦਾ ਕੰਮ। ਮੂੰਹ ਦੇ ਵਿੱਚ ਆਪਾਂ ਕੀ ਕੀ ਕੰਮ ਕਰਾਂਗੇ ਨੈਕਸਟ ਦੇਖਦੇ ਹਾਂ। ਹੁਣ ਆ ਗਏ ਭਾਈ ਤੁਹਾਡੇ ਸੈਲਵਰੀ ਗਲੈਂਡਸ ਆ ਗਏ। ਇਹਦੇ ਵਿੱਚ ਕੀ ਆ ਕਿ ਆਪਣੇ ਲਾਰ ਵਗੈਰਾ ਪੈਦਾ ਕਰਨ ਦੇ ਵਿੱਚ ਮਦਦ ਕਰਦੇ ਆ। ਇਹ ਆਪਾਂ ਕਰਾਂਗੇ ਪਾਰਟ ਬੀ ਦੇ ਵਿੱਚ। ਇਸ ਤੋਂ ਬਾਅਦ ਕੀ ਕਹਿੰਦਾ ਵੀ, ਕਹਿੰਦਾ ਇੱਕ ਵਾਰ ਜਦੋਂ ਤੁਸੀਂ ਖਾਣਾ ਪਚਾਉਣ ਲਈ ਛੋਟੇ ਛੋਟੇ ਟੁਕੜਿਆਂ ਨੂੰ ਚਬਾਉਣਾ ਅਤੇ ਤੋੜਨਾ ਸ਼ੁਰੂ ਕਰਦੇ ਹੋ ਤਾਂ ਥੁੱਕ ਪੈਦਾ ਹੁੰਦੀ ਹੈ। ਤਾਂ ਰਾਜੇ ਉਸ ਥੁੱਕ ਨੂੰ ਕੀ ਕਿਹਾ ਜਾਂਦਾ, ਲਾਰ ਕਿਹਾ ਜਾਂਦਾ ਹੈ, ਠੀਕ ਹੈ, ਜਿਸ ਵਿੱਚ ਕੀ ਹੁੰਦੇ ਨੇ, ਪਾਚਕ ਹੁੰਦੇ ਨੇ, ਮਤਲਬ ਕਿ ਐਂਜ਼ਾਈਮ ਹੁੰਦੇ ਨੇ ਜਿਹੜੇ ਕਿ ਆਪਣੇ ਭੋਜਨ ਨੂੰ ਕੀ ਕਰਦੇ ਆ, ਤੋੜਨ ਦੇ ਵਿੱਚ ਆਪਣੀ ਕੀ ਕਰਦੇ ਆ, ਹੈਲਪ ਕਰਦੇ ਆਪਣੇ ਦੰਦਾਂ ਦੀ। ਤਾਂ ਕਹਿੰਦਾ ਜੋ ਭੋਜਨ ਨੂੰ ਕਹਿੰਦਾ ਉਸ ਰੂਪ ਵਿੱਚ ਤੋੜਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਤੁਹਾਡਾ ਸਰੀਰ ਅੰਦਰ ਸਮਾਉਣ ਅਤੇ ਵਰਤੋਂ ਕਰਨ ਯੋਗ ਹੋ ਜਾਂਦਾ ਹੈ। ਮਤਲਬ ਕਿ ਭੋਜਨ ਨੂੰ ਉਸ ਰੂਪ ਦੇ ਵਿੱਚ ਦੇਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਵਾਸਤੇ ਆਪਣਾ ਸਰੀਰ ਨੂੰ ਚਾਹੀਦਾ ਭੋਜਨ ਕਿ ਉਹਦੇ ਅੰਦਰ ਸਮਾ ਜਾਵੇ, ਅਬਜ਼ੌਰਬ ਕਰ ਜਾਵੇ ਤੇ ਉਹ ਖਾਣ ਯੋਗ ਹੋ ਜਾਵੇ, ਠੀਕ ਹੈ। ਤਾਂ ਕਹਿੰਦਾ ਆਪਣੇ ਭੋਜਨ ਨੂੰ ਵਧੇਰੇ ਚਬਾਓ। ਤੁਸੀਂ ਆਮ ਸੁਣਦੇ ਹੋਵੋਗੇ ਡਾਕਟਰ ਕਹਿੰਦੇ ਆ ਕਿ ਹੌਲੀ ਹੌਲੀ ਰੋਟੀ ਖਾਣੀ ਚਾਹੀਦੀ ਹੈ। ਕਈਆਂ ਨੂੰ ਆਦਤ ਹੁੰਦੀ ਹੈ ਬੜੀ ਤੇਜ਼ ਖਾਣ ਦੀ, ਉਹ ਤਾਂ ਕਿਉਂਕਿ ਹੌਲੀ ਹੌਲੀ ਜਦੋਂ ਆਪਾਂ ਖਾਵਾਂਗੇ ਤਾਂ ਆਪਣੇ ਵਿੱਚ ਕੀ ਹੋਊਗਾ, ਜਿਹੜੇ ਪਾਚਨ ਦੇ ਜਿਹੜੇ ਸੈਲਸ ਨੇ, ਲਾਰ ਨੇ ਜ਼ਿਆਦਾ ਬਣੂਗੀ, ਜਿਹਦੇ ਨਾਲ ਕੀ ਹੋਊਗਾ, ਭੋਜਨ ਨੂੰ ਡਾਈਜੈਸਟ ਕਰਨਾ ਕੀ ਹੋਊਗਾ, ਆਸਾਨ ਹੋਊਗਾ, ਰਾਈਟ। ਇਹ ਸੀਗਾ ਭਾਈ ਤੁਹਾਡੇ ਮਾਊਥ ਦੇ ਅੰਦਰ ਕੀ ਕੰਮ ਹੁੰਦਾ। ਇਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈਗੀ ਆ ਰਾਜੇ, ਤੁਹਾਡੇ ਭੋਜਨ ਨੂੰ ਵਾਸਤੇ ਪੀਸਣ ਵਾਸਤੇ, ਕੱਟਣ ਵਾਸਤੇ, ਚੀਰਨ ਫਾੜਨ ਵਾਸਤੇ ਕੀ ਜ਼ਰੂਰੀ ਨੇ, ਦੰਦ ਜ਼ਰੂਰੀ ਨੇ।
ਤਾਂ ਪਰ ਦੰਦ ਇਕੱਲੇ ਜ਼ਰੂਰੀ ਨਹੀਂ, ਦੰਦਾਂ ਦੇ ਅੱਗੇ ਵੀ ਕੀ ਹੁੰਦੇ ਨੇ, ਫਰਦਰ ਟਾਈਪਸ ਹੁੰਦੀਆਂ ਨੇ, ਕਿਹੜੇ ਦੰਦ ਕੀ ਕੰਮ ਕਰਦੇ ਨੇ ਉਹ ਵੀ ਪੜਾਂਗੇ ਆਪਾਂ, ਕਿਉਂਕਿ ਪੇਪਰ ਦੇ ਵਿੱਚ ਇੱਥੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਕਿੰਨੇ ਤਰ੍ਹਾਂ ਦੇ ਦੰਦ ਹੁੰਦੇ ਆ ਜਾਂ ਟੋਟਲ ਦੰਦ ਕਿੰਨੇ ਹੁੰਦੇ ਨੇ, ਕਿਹੜੇ ਕਿੰਨੇ ਦੰਦ ਹੁੰਦੇ ਨੇ। ਠੀਕ ਹੈ, ਤਾਂ ਕਹਿੰਦਾ ਪਾਰਟਸ ਕਿਹੜੇ ਹੁੰਦੇ ਆ ਡਾਈਜੈਸਟਿਵ ਸਿਸਟਮ ਦੇ, ਤਾਂ ਤੀਤ ਹੋ ਗਏ। ਕਹਿੰਦਾ ਤੀਤ ਕੀ ਕਰਦੇ ਨੇ, ਤੁਹਾਡੇ ਭੋਜਨ ਨੂੰ ਪੀਸਦੇ ਨੇ। ਦੰਦ ਕੀ ਕਰਦੇ ਆ ਰਾਜੇ, ਆਪਣੇ ਭੋਜਨ ਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਪੀਸਦੇ ਨੇ। ਉਸ ਤੋਂ ਬਾਅਦ ਕਹਿੰਦਾ ਸੈਲਵਰੀ ਗਲੈਂਡਸ ਕੀ ਕਰਦਾ, ਕਹਿੰਦਾ ਮੂੰਹ ਦੇ ਵਿੱਚ ਲਾਰ ਪੈਦਾ ਕਰਦਾ। ਬਸ ਇੱਥੋਂ ਤਾਂ ਇਹੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਮੂੰਹ ਦੇ ਵਿੱਚ ਲਾਰ ਪੈਦਾ ਕਰਨ ਵਾਲੇ ਗਲੈਂਡ ਨੂੰ ਕੀ ਕਹਿੰਦੇ ਆ, ਤਾਂ ਯਾਦ ਰੱਖਿਓ। ਤਾਂ ਟੰਗ ਕੀ ਕਰਦੀ ਆ, ਟੰਗ ਹੁੰਦੀ ਆ ਜੀਭ। ਜੀਭ ਕੀ ਕਰਦੀ ਆ, ਕਹਿੰਦਾ ਜੇ ਹੁਣ ਤੁਸੀਂ ਕਹੋਗੇ ਕਿ ਸਰ ਜੀਭ ਤਾਂ ਟੇਸਟ ਕਰਨ ਵਾਸਤੇ ਹੁੰਦੀ ਹੈ, ਤਾਂ ਰਾਜੇ ਟੇਸਟ ਤਾਂ ਉਹ ਕਰਦੀ ਆ ਖੱਟਾ ਮਿੱਠਾ ਕੌੜਾ, ਹਨਾ, ਪਰ ਨਾਲ ਦੀ ਨਾਲ ਉਹ ਇੱਕ ਕੰਮ ਹੋਰ ਕਰਦੀ ਆ ਭੋਜਨ ਨੂੰ ਨਿਗਲਣ ਵਾਸਤੇ। ਆਪਾਂ ਕਹਿ ਦਿੰਦੇ ਨਾ ਕਿ ਇੱਕ ਵਾਰੀ ਭੋਜਨ ਆਪਾਂ ਖਾ ਲਿਆ, ਦੰਦਾਂ ਨੇ ਕੱਟਤਾ, ਉਸ ਤੋਂ ਬਾਅਦ ਜਦੋਂ ਉਹ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਬਣ ਜਾਊਗਾ, ਨਿਗਲਣ ਵਾਸਤੇ ਮਤਲਬ ਕਿ ਅੰਦਰ ਧੱਕਣ ਵਾਸਤੇ ਫੂਡ ਪਾਈਪ ਦੇ ਵਿੱਚ, ਜਿਹਨੂੰ ਕਹਿ ਦਿੰਦੇ ਆ ਅਸਫੋਫਗਸ, ਉਹਦੇ ਵਿੱਚ ਧੱਕਣ ਵਾਸਤੇ ਵੀ ਕੀ ਕਰਦੀ ਆ, ਹੈਲਪ ਕਰਦੀ ਆ ਕਿ ਜੀਭ ਆਪਣੀ। ਰਾਈਟ, ਇਹ ਆਪਾਂ ਦੇਖਾਂਗੇ ਅੱਗੇ ਜਾ ਕੇ, ਕੱਲੀ ਕੱਲੀ ਚੀਜ਼ ਪੜਾਂਗੇ। ਹੁਣ ਆਪਾਂ ਗੱਲ ਕਰਦੇ ਆ ਭਾਈ ਕਿਹੜੇ ਕਿਹੜੇ ਦੰਦ ਹੁੰਦੇ ਆਪਣੇ ਵਿੱਚ। ਕਹਿੰਦਾ ਆ ਹੁੰਦੇ ਭਾਈ 4 ਤਰ੍ਹਾਂ ਦੇ ਦੰਦ। ਪਹਿਲੇ ਹੁੰਦੇ ਆ ਇਨਸੀਜ਼ਰ। ਇਨਸੀਜ਼ਰ ਹੋ ਗਏ ਤੁਹਾਡੇ, ਆ ਦੇਖ ਲਓ ਭਾਈ ਫਰੰਟ ਵਾਲੇ ਦੰਦ। ਠੀਕ ਹੈ, ਉਸ ਤੋਂ ਬਾਅਦ ਕਹਿੰਦਾ ਕੈਨਾਈਨ। ਕੈਨਾਈਨ ਹੋ ਗਏ, ਆ ਦੇਖ ਲਓ ਤਿੱਖੇ ਤਿੱਖੇ ਦੰਦ, ਇਹਨਾਂ ਨੂੰ ਕਹਿ ਦਿੰਦੇ ਆ ਕੈਨਾਈਨ। ਇੱਕ ਹੁੰਦੇ ਆ ਪ੍ਰੀਮੋਲਰ। ਪ੍ਰੀਮੋਲਰ ਹੁੰਦੇ ਆ ਦੰਦ ਤੁਹਾਡੇ, ਤੇ ਸਭ ਤੋਂ ਤਕੜੇ ਤੇ ਸਭ ਤੋਂ ਮਜ਼ਬੂਤ ਹੁੰਦੇ ਆ ਮੋਲਰਸ, ਜਿਹਨੂੰ ਆਪਾਂ ਜਾੜਾਂ ਵੀ ਕਹਿ ਦਿੰਦੇ ਆ, ਤਾਂ ਉਹ ਹੁੰਦੇ ਨੇ ਮੋਲਰਸ। ਰਾਈਟ ਹੈ, ਇਹਨਾਂ ਕੱਲੇ ਕੱਲੇ ਦਾ ਕੰਮ ਪੜ੍ਹਦੇ ਆ, ਕੱਲਾ ਕੱਲਾ ਕੀ ਕੰਮ ਕਰਦਾ। ਤਾਂ ਦੰਦਾਂ ਦੇ ਟਾਈਪਸ ਪੁੱਛੀਆਂ ਜਾਂਦੀਆਂ ਕਿ ਕਿੰਨੇ ਤਰ੍ਹਾਂ ਦੇ ਦੰਦ ਹੁੰਦੇ ਆ ਮਨੁੱਖੀ ਸਰੀਰ ਦੇ ਵਿੱਚ। 4 ਤਰ੍ਹਾਂ ਦੇ ਦੰਦ ਹੁੰਦੇ ਆ, ਨਾਮ ਵੀ ਪੁੱਛੇ ਜਾ ਸਕਦੇ ਆ, ਨਾਮ ਵੀ ਯਾਦ ਰੱਖਣੇ ਆ, ਇਨਸੀਜ਼ਰ, ਕੈਨਾਈਨ, ਪ੍ਰੀਮੋਲਰਸ ਤੇ ਮੋਲਰਸ। ਰਾਈਟ, ਚਲੋ ਸਟਾਰਟ ਕਰਦੇ ਆ ਅੱਗੇ। ਇਹ ਹੁੰਦੇ ਕਿੰਨੇ ਕਿੰਨੇ ਆ ਰਾਜੇ, ਜਿਹੜੇ ਇਨਸੀਜ਼ਰ ਹੁੰਦੇ ਆ ਉਹ 8 ਹੁੰਦੇ ਆ, ਕੈਨਾਈਨ ਹੁੰਦੇ ਆ 4, ਪ੍ਰੀਮੋਲਰ ਵੀ ਕਿੰਨੇ ਹੁੰਦੇ ਆ 8, ਤੇ ਮੋਲਰ ਹੁੰਦੇ ਆ 12। ਤਾਂ ਟੋਟਲ ਕਿੰਨੇ ਬਣ ਗਏ, 32 ਬਣ ਗਏ। ਤਾਂ 32 ਦੰਦ ਹੁੰਦੇ ਆ। ਤਾਂ ਆਪਾਂ ਛੋਟੇ ਹੁੰਦੇ ਕਹਿੰਦੇ ਸੀ ਨਾ ਭਾਈ ਤੂੰ ਲੜੀ ਨਾ ਮੇਰੇ ਨਾਲ, ਤੇਰੇ 32 ਦੇ 32 ਦੰਦ ਕੱਢ ਦੂੰ। ਤਾਂ 32 ਹੁੰਦੇ ਭਾਈ, 32 ਯਾਦ ਰੱਖਿਓ। ਟੋਟਲ ਨੰਬਰ ਆਫ ਟੀਥ ਕਿੰਨੇ ਹੁੰਦੇ ਆ, 32। ਨੈਕਸਟ ਦੇਖਦੇ ਆ, ਹੁਣ ਦੇਖਦੇ ਆ ਵੀ ਕਿਹੜਾ ਦੰਦ ਕੀ ਕੰਮ ਕਰਦਾ। ਜਿਵੇਂ ਇੱਥੇ ਲਿਖਿਆ ਹੋਇਆ ਇਨਸੀਜ਼ਰ ਕੀ ਕਰਦੇ ਆ, ਬਾਈਟਿੰਗ ਵਾਸਤੇ, ਦੰਦੀ ਵੱਢਣ ਵਾਸਤੇ ਜਾਂ ਕਟਿੰਗ ਵਾਸਤੇ। ਠੀਕ ਹੈ, ਕੈਨਾਈਨ ਕਾਦੇ ਵਾਸਤੇ ਕੰਮ ਕਰਦੇ ਆ, ਟੀਰਿੰਗ ਵਾਸਤੇ, ਪੀਸਣ ਵਾਸਤੇ। ਠੀਕ ਹੈ, ਤਾਂ ਪ੍ਰੀਮੋਲਰ ਕੀ ਕਰਦੇ ਆ, ਕ੍ਰਸ਼ਿੰਗ ਗ੍ਰਾਈਂਡਿੰਗ ਕਰਦੇ ਆ, ਤਾਂ ਮੋਲਰ ਵੀ ਇਹੀ ਕੰਮ ਕਰਦੇ ਆ। ਨੈਕਸਟ ਦੇਖਦੇ ਆ ਆਪਾਂ, ਪੰਜਾਬੀ 'ਚ ਪੜ੍ਹਦੇ ਇਹਨਾਂ ਨੂੰ ਬਹੁਤ ਸੌਖੇ ਢੰਗ ਦੇ ਨਾਲ ਪੰਜਾਬੀ ਦੇ ਵਿੱਚ। ਇਨਸੀਜ਼ਰ ਹੋ ਗਿਆ। ਇਨਸੀਜ਼ਰ ਕੀ ਕਰਦੇ, ਕਹਿੰਦਾ ਤੁਹਾਡੇ ਮੂੰਹ ਦੇ ਅਗਲੇ ਹਿੱਸੇ ਵਿੱਚ 8 ਦੰਦ ਹੁੰਦੇ ਆ, ਹੇਠਾਂ ਤੇ ਉੱਪਰਲੇ ਦੋਵੇਂ ਪਾਸੇ, 4 ਉੱਪਰ 4 ਨੀਚੇ। ਇਹਨਾਂ ਨੂੰ ਕੀ ਕਹਿ ਦਿੰਦੇ ਆ, ਇਨਸੀਜ਼ਰ ਟੀਥ ਕਹਿ ਦਿੰਦੇ ਆ। ਕਹਿੰਦਾ ਇਹ ਆਮ ਤੌਰ ਤੇ ਪਹਿਲਾਂ ਬਾਲਗ ਦੰਦ ਹੁੰਦੇ ਨੇ, ਮਤਲਬ ਕਿ ਕਿਸੇ ਵੀ ਛੋਟੇ ਬੱਚੇ ਦੇ ਵਿੱਚ ਜਦੋਂ ਦੰਦ ਆਉਂਦੇ ਆ ਤਾਂ ਪਹਿਲਾਂ ਇਹੀ ਦੰਦ ਆਉਂਦੇ ਆ, ਅੱਗੇ ਵਾਲੇ 4 ਉੱਪਰ 4 ਨੀਚੇ। ਠੀਕ ਹੈ, ਇਹ ਕਦੋਂ ਆਉਂਦੇ ਆ, ਜਦੋਂ ਬੱਚਾ ਕੀ ਹੋਵੇ 6 ਤੋਂ ਲੈ ਕੇ 8 ਸਾਲ ਦੀ ਉਮਰ ਵਿਚਕਾਰ ਹੁੰਦਾ, ਤਾਂ ਉਦੋਂ ਇਹ ਆਉਂਦੇ ਨੇ ਬੱਚੇ ਦੇ ਵਿੱਚ। ਠੀਕ ਹੈ, ਤਾਂ ਕਹਿੰਦਾ ਇਹ ਕਿਹੜੇ ਦੰਦ ਹੁੰਦੇ ਨੇ, ਜਿਹੜੇ ਕਿ ਦੰਦੀ ਵੱਢਣ ਵਾਸਤੇ, ਠੀਕ ਹੈ, ਬਾਈਟ ਕਰਨ ਵਾਸਤੇ, ਚੱਖ ਵੱਢਣ ਵਾਸਤੇ ਕੰਮ ਆਉਂਦੇ ਆ ਭੋਜਨ ਦੇ ਵਿੱਚ। ਤਾਂ ਯਾਦ ਰੱਖਿਓ ਰਾਜੇ, ਸਭ ਤੋਂ ਪਹਿਲਾਂ ਇਹੀ ਦੰਦ ਕੰਮ ਕਰਦੇ ਆ ਜਦੋਂ ਆਪਾਂ ਮੂੰਹ 'ਚ ਭੋਜਨ ਪਾਉਣੇ ਆ। ਠੀਕ ਹੈ, ਨੈਕਸਟ ਹੈਗੇ ਰਾਜੇ ਕੈਨਾਈਨ। ਕੈਨਾਈਨਸ ਦੇਖੋ ਕਿਹੜੇ ਹੁੰਦੇ ਆ ਦੇਖੋ ਕੈਨਾਈਨ ਦੰਦ ਕੀ ਹੁੰਦੇ ਆ। ਕਹਿੰਦਾ ਇਹ ਤੁਹਾਡੇ ਅਗਲੇ ਦੰਦ ਹਨ ਜੋ ਕਿ ਤੁਹਾਡੇ ਮੂੰਹ ਦੇ ਵਿੱਚ ਵਿਕਸਿਤ ਹੁੰਦੇ ਨੇ। ਤਾਂ ਇਹਨਾਂ ਦੀ ਗਿਣਤੀ ਕਿੰਨੀ, ਆਪਣੇ ਕੋਲੇ 4 ਹੈ। ਤਾਂ ਇਹ ਤਿੱਖੇ ਦੰਦ ਹੁੰਦੇ ਨੇ, ਤਾਂ ਥੋੜੇ ਜਿਹੇ ਤਿੱਖੇ ਹੁੰਦੇ ਆ, ਤਾਂ ਜੋ ਕਹਿੰਦਾ ਖਾਣੇ ਨੂੰ ਚੀਰਨ ਲਈ ਵਰਤੇ ਜਾਂਦੇ ਆ। ਤਾਂ ਖਾਣੇ ਨੂੰ ਚੀਰਨ ਵਾਸਤੇ ਕਿਹੜੇ ਦੰਦ ਵਰਤੇ ਜਾਂਦੇ ਆ, ਤੁਹਾਡੇ ਕੈਨਾਈਨਸ ਵਰਤੇ ਜਾਂਦੇ ਆ ਰਾਜੇ, ਯਾਦ ਰੱਖਿਓ। ਨੈਕਸਟ ਦੇਖਦੇ ਆ ਪ੍ਰੀਮੋਲਰਸ। ਪ੍ਰੀਮੋਲਰਸ ਕੀ ਕਰਦੇ ਆ ਰਾਜੇ, ਪ੍ਰੀਮੋਲਰਸ ਤੁਸੀਂ ਦੇਖਿਆ ਥੋੜੇ ਜਿਹੇ ਦੇਖੋ ਉੱਪਰ ਇਹਦੀ ਜਿਹੜੀ ਸਤ੍ਹਾ ਹੈਗੀ ਆ ਥੋੜੀ ਜਿਹੀ ਵੱਡੀ ਆ ਬਾਕੀਆਂ ਨਾਲੋਂ। ਇਹਦਾ ਕੰਮ ਕੀ ਹੋਊਗਾ ਰਾਜੇ, ਕਹਿੰਦਾ ਭੋਜਨ ਨੂੰ ਪੀਸਣ ਵਾਸਤੇ। ਜਿਵੇਂ ਆਪਾਂ ਕਹਿੰਦੇ ਨਾ ਕਿ ਕਚੀਚੀ ਲੈਣੀ, ਜਿਵੇਂ ਕਹਿੰਦੇ ਕਿਸੇ ਨੂੰ ਦੇਖ ਕੇ ਗੁੱਸਾ ਚੜਨਾ, ਤਾਂ ਆਪਾਂ ਦੰਦ ਪੀਨੇ ਆ ਨਾ ਆਪਸ ਵਿੱਚ, ਤਾਂ ਇਹੀ ਹੁੰਦੇ ਨੇ ਪ੍ਰੀਮੋਲਰਸ ਤੇ ਮੋਲਰ। ਠੀਕ ਹੈ, ਤਾਂ ਪ੍ਰੀਮੋਲਰਸ ਦੇ ਉੱਪਰ ਕੀ ਹੁੰਦਾ, ਥੋੜੀ ਜਿਹੀ ਸਤ੍ਹਾ ਜ਼ਿਆਦਾ ਹੁੰਦੀ ਹੈ, ਥੋੜਾ ਜਿਹਾ ਬੇਸ ਜ਼ਿਆਦਾ ਹੁੰਦਾ। ਤਾਂ ਇਹ ਕੀ ਕਰਨਗੇ, ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਆ। ਤੇ ਕਹਿੰਦਾ ਤੁਹਾਡੇ ਇਨਸੀਜ਼ਰ ਤੇ ਕਨਾਈਨ ਦੇ ਉਲਟ, ਕਹਿੰਦਾ ਜਿਹੜੇ ਪ੍ਰੀਮੋਲਰ ਹੈਗੇ ਆ ਉਹਨਾਂ ਕੋਲੇ ਕੀ ਹੁੰਦੀ, ਇੱਕ ਫਲੈਟ ਕੱਟਣ ਦੀ ਸਤ੍ਹਾ ਮੌਜੂਦ ਹੁੰਦੀ ਹੈ। ਤਾਂ ਇਹਨੂੰ ਕਹਿ ਦਿੰਦੇ ਆ ਫਲੈਟ, ਭੋਜਨ ਨੂੰ ਕੱਟਣ ਵਾਲੀ ਸਤ੍ਹਾ। ਠੀਕ ਹੈ, ਇਹ ਕਿਹਦੇ ਕੋਲੇ ਹੁੰਦੀ ਆ, ਪ੍ਰੀਮੋਲਰ ਤੇ ਮੋਲਰ ਕੋਲੇ ਹੁੰਦੀ ਹੈ। ਤਾਂ ਤੁਹਾਡੇ ਕੋਲੇ ਕਿੰਨੇ ਪ੍ਰੀਮੋਲਰ ਹੁੰਦੇ ਨੇ ਰਾਜੇ, 8 ਹੁੰਦੇ ਨੇ ਟੋਟਲ ਤੁਹਾਡੇ ਮੂੰਹ ਦੇ ਵਿੱਚ। ਲਾਸਟ ਦੰਦਾਂ ਦੀ ਗੱਲ ਕਰਦੇ ਆ, ਮੋਲਰਸ। ਕਹਿੰਦਾ ਸਭ ਤੋਂ ਵੱਡੇ ਦੰਦ,
ਤੇ ਸਭ ਤੋਂ ਮਜ਼ਬੂਤ ਵੀ ਇਹੀ ਹੁੰਦੇ ਨੇ। ਤਾਂ ਇਹਨਾਂ ਦਾ ਕੰਮ ਕੀ ਹੈ ਰਾਜੇ, ਖਾਣਾ ਪੀਸਣਾ, ਪਾੜਨਾ ਤੇ ਕੁਚਲਣਾ। ਕੁਚਲਣਾ ਮਤਲਬ ਕਿ ਉਹਨੂੰ ਬਹੁਤ ਬਰੀਕ ਬਰੀਕ ਪੀਸ ਦੇਣਾ, ਪੇਸਟ ਬਣਾ ਦੇਣੀ ਉਹਦੀ, ਠੀਕ ਹੈ। ਤਾਂ ਕਹਿੰਦਾ ਮੋਲਰ ਦੰਦਾਂ ਕੋਲ ਇੱਕ ਬਹੁਤ ਵੱਡਾ ਫਲੈਟ ਕੱਟਣ ਵਾਲੀ ਸਤਹ ਹੈ ਜੋ ਉਹਨਾਂ ਨੂੰ ਇਸ ਕੰਮ ਲਈ ਸੰਪੂਰਨ ਬਣਾਉਂਦੀ ਹੈ। ਤਾਂ ਇਹਨਾਂ ਕੋਲੇ ਰਾਜੇ ਦੇਖਿਆ ਇਹਦੇ ਨਾਲੋਂ ਵੀ ਜ਼ਿਆਦਾ ਵੱਡੀ ਕੀ ਹੈ, ਸਤਹ ਹੈ, ਜ਼ਿਆਦਾ ਬੇਸ ਹੈ ਇਹਨਾਂ ਕੋਲੇ, ਤਾਂ ਹੀ ਕੀ ਹੈ ਇਹਦੇ ਉੱਪਰ ਭੋਜਨ ਕੀ ਹੈ ਬਹੁਤ ਆਸਾਨੀ ਦੇ ਨਾਲ ਕੀ ਹੋ ਜਾਂਦਾ ਹੈ, ਕੱਟਿਆ ਜਾਂਦਾ, ਪੀਸਿਆ ਜਾਂਦਾ ਹੈ। ਰਾਈਟ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਿੰਨੇ ਤਰ੍ਹਾਂ ਦੇ ਦੰਦ ਆ, ਕਿੰਨੇ ਟੋਟਲ ਨੰਬਰ ਆਫ ਟੀਥ ਨੇ ਤੇ ਕਿਹੜਾ ਦੰਦ ਕਿਵੇਂ ਕੰਮ ਕਰਦਾ ਹੈ। ਚਲੋ ਇਹ ਹੋ ਗਿਆ ਭਾਈ ਆਪਣੇ ਮੂੰਹ ਦਾ ਸਾਰਾ ਕੰਮ ਪੂਰਾ। ਹੁਣ ਮੂੰਹ ਦੇ ਵਿੱਚ ਜਿਹੜੀ ਅਗਲੀ ਚੀਜ਼ ਹੁੰਦੀ ਹੈ ਰਾਜੇ ਉਹਨੂੰ ਕਹਿ ਦਿੰਦੇ ਆ ਟੰਗ। ਟੰਗ ਦਾ ਮਤਲਬ ਕੀ ਹੋ ਗਿਆ, ਆਪਣੀ ਜੀਭ। ਤਾਂ ਕਹਿੰਦਾ ਜਦੋਂ ਤੁਸੀਂ ਆਪਣੇ ਦੰਦਾਂ ਦੇ ਨਾਲ ਭੋਜਨ ਚਬਾਉਂਦੇ ਹੋ ਤਾਂ ਤੁਹਾਡੀ ਜੀਭ ਕੀ ਕਰਦੀ ਹੈ, ਤੁਹਾਡੀ ਸਹਾਇਤਾ ਕਰਦੀ ਹੈ। ਤਾਂ ਜੀਭ ਨਾ ਹੋਵੇ ਤਾਂ ਦੇਖੋ ਭੋਜਨ ਪਚੂਗਾ ਨਹੀਂ, ਚਾਹੇ ਦੰਦ ਹੋਣ। ਇਸ ਤੋਂ ਬਾਅਦ ਕਹਿੰਦਾ ਇਹਦਾ ਮੇਨ ਜਿਹੜਾ ਕੰਮ ਹੈਗਾ, ਕਹਿੰਦਾ ਰਾਜੇ ਜਦੋਂ ਵੀ ਤੁਸੀਂ ਭੋਜਨ ਨੂੰ ਨਿਗਲਣ ਲਈ ਤਿਆਰ ਹੁੰਦੇ ਹੋ, ਮੰਨ ਲਓ ਕਿ ਆਪਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟਤਾ ਭੋਜਨ, ਇਸ ਤੋਂ ਬਾਅਦ ਆਪਾਂ ਨੂੰ ਅੱਗੇ ਫੂਡ ਪਾਈਪ ਦੇ ਵਿੱਚ ਲੈ ਕੇ ਜਾਣਾ, ਜਿਹਨੂੰ ਕਹਿ ਦਿੰਦੇ ਆ ਓਸਫੋਫਗਸ, ਉਹਦੇ ਵਿੱਚ ਲੈ ਕੇ ਜਾਣਾ। ਤਾਂ ਆਪਣੇ ਉਹਦੇ ਵਾਸਤੇ ਜੀਭ ਸਹਾਈ ਹੈ, ਜੀਭ ਹੀ ਉਹਨੂੰ ਅੰਦਰ ਧੱਕਣ ਦਾ ਕੰਮ ਕਰੂਗੀ ਭੋਜਨ ਨੂੰ, ਠੀਕ ਹੈ। ਤਾਂ ਇਸ ਤੋਂ ਇਲਾਵਾ ਹੋਰ ਕੰਮ ਕੀ ਕਰਦੀ ਹੈ ਜੀਭ, ਕਹਿੰਦਾ ਲਾਰ ਨੂੰ ਮਿਕਸ ਕਰਨ ਵਿੱਚ ਵੀ ਜੀਭ ਸਹਾਈ ਹੁੰਦੀ ਹੈ। ਤਾਂ ਜਿਹੜੀ ਲਾਰ ਪੈਦਾ ਹੁੰਦੀ ਹੈ ਰਾਜੇ ਉਹ ਜੀਭ ਦੀ ਸਤਹ ਤੇ ਸਰਫੇਸ ਤੇ ਪੈਦਾ ਹੁੰਦੀ ਹੈ, ਜਿਹੜੀ ਕਿ ਆਪਾਂ ਨੂੰ ਹੈਲਪ ਕਰਦੀ ਹੈ ਭੋਜਨ ਨੂੰ ਭੋਜਨ ਦੇ ਵਿੱਚ ਮਿਕਸ ਕਰਨ ਵਾਸਤੇ, ਤਾਂ ਜੋ ਭੋਜਨ ਕੀ ਹੋ ਜਾਵੇ ਆਪਣੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਮਿਕਸ ਹੋ ਜਾਵੇ, ਕੱਟਿਆ ਜਾਵੇ। ਨੈਕਸਟ ਦੇਖਦੇ ਹਾਂ, ਕਹਿੰਦਾ ਇਹ ਸਿਰਫ ਇੱਕ ਮਾਸਪੇਸ਼ੀ ਨਹੀਂ ਹੁੰਦੀ ਗੀ, ਕਹਿੰਦਾ ਇਹ ਭੋਜਨ ਨੂੰ ਮੂੰਹ ਤੋਂ ਭੋਜਨ ਨਾਲੀ ਤੱਕ ਪਹੁੰਚਾਉਣ ਦਾ ਕੰਮ ਵੀ ਕਰਦੀ ਹੈ। ਤਾਂ ਪਤਾ ਹੀ ਹੈ, ਠੀਕ ਹੈ, ਤੁਹਾਨੂੰ ਮੈਂ ਦੱਸ ਕੇ ਹਟਿਆ। ਤੇ ਜਿੱਥੇ ਕੀ ਕਹਿੰਦਾ ਪਾਚਨ ਪ੍ਰਕਿਰਿਆ ਦਾ ਦੂਸਰਾ ਚਰਨ ਸ਼ੁਰੂ ਹੁੰਦਾ ਹੈ। ਤਾਂ ਪਹਿਲਾ ਚਰਨ ਕੀ ਆਪਣਾ ਮਾਊਥ, ਸੈਕੰਡ ਕੀ ਆਪਣਾ ਗਲਟ ਜਿਹਨੂੰ ਕਹਿ ਦਿੰਦੇ ਆ ਫੂਡ ਪਾਈਪ। ਇਸ ਤੋਂ ਇਲਾਵਾ ਰਾਜੇ ਭੋਜਨ ਕੀ ਕਰਦੀ ਹੈ, ਕਹਿੰਦਾ ਆਪਣੇ ਇਹਦੇ ਮਤਲਬ ਕਿ ਜੀਭ ਦੇ ਉੱਪਰ ਕੀ ਹੁੰਦਾ ਹੈ, ਜੀਭ ਦੇ ਉੱਪਰ ਰਾਜੇ ਨਿੱਕੇ ਨਿੱਕੇ ਬਰਡਸ ਹੁੰਦੇ ਨੇ। ਬਰਡਸ ਦਾ ਮਤਲਬ ਕੀ ਹੁੰਦਾ ਕਿ ਨਿੱਕੇ ਨਿੱਕੇ ਕਣ ਕਹਿ ਸਕਦੇ ਆ, ਜਿਹੜੇ ਕਿ ਆਪਾਂ ਨੂੰ ਟੇਸਟ ਪਤਾ ਕਰਨ ਵਾਸਤੇ ਸਹਾਈ ਹੁੰਦੇ ਨੇ। ਉਹ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਉਹ ਵੀ ਆਪਾਂ ਕਿਸੇ ਦਿਨ ਕਿਸੇ ਵੀਡੀਓ 'ਚ ਕਰਵਾ ਦਾਂਗੇ। ਇਹ ਹੁਣ ਭੋਜਨ ਕਹਿੰਦਾ ਆਪਾਂ ਨੂੰ ਮਤਲਬ ਕਿ ਜੀਭ ਕੀ ਦੱਸਦੀ ਆ, ਭੋਜਨ ਦਾ ਸਵਾਦ ਦੱਸਦੀ ਆ, ਜਿਵੇਂ ਕਿ ਕੌੜਾ, ਨਮਕੀਨ, ਖੱਟਾ, ਮਿੱਠਾ। ਤਾਂ ਇਹ ਸਾਰੇ ਟੇਸਟ ਪਤਾ ਲੱਗਦੇ ਆ ਆਪਾਂ ਨੂੰ ਜੀਭ ਤੋਂ। ਰਾਈਟ, ਪਹਿਲਾ ਠੀਕ ਆ ਆਪਣਾ ਪੂਰਾ ਹੋ ਗਿਆ, ਭੋਜਨ ਆਪਾਂ ਮੂੰਹ 'ਚ ਪਾ ਲਿਆ, ਕੱਟ ਲਿਆ, ਪੀਸ ਲਿਆ, ਤੇ ਜੀਭ ਨੇ ਕੀ ਕਰਤਾ ਅੰਦਰ ਧੱਕ ਕੇ ਕਿੱਥੇ ਪਹੁੰਚਾਤਾ, ਫੂਡ ਪਾਈਪ ਕੋਲ, ਜਿਹਨੂੰ ਕਹਿ ਦਿੰਦੇ ਆ ਓਸਫੋਫਗਸ, ਠੀਕ ਹੈ। ਇੱਥੇ ਹੁਣ ਕੀ ਹੋਊਗਾ ਰਾਜੇ, ਕਹਿੰਦਾ ਤੁਹਾਡੇ ਪਾਚਨ ਪ੍ਰਣਾਲੀ ਅਤੇ ਤੁਹਾਡੇ ਪਾਚਨ ਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਕੌਣ, ਫੂਡ ਪਾਈਪ। ਕਹਿੰਦਾ ਤੁਹਾਡਾ ਪਾਚਕ ਰਸਤਾ ਅੰਗਾਂ ਦੀ ਇੱਕ ਲੜੀ ਹੈ ਜੋ ਤੁਹਾਡੇ ਮੂੰਹ ਤੋਂ ਤੁਹਾਡੇ ਗੁੱਦੇ ਤੱਕ ਭੋਜਨ ਲੈ ਕੇ ਜਾਂਦਾ ਹੈ। ਤਾਂ ਤੁਹਾਨੂੰ ਮੈਂ ਸਟਾਰਟਿੰਗ 'ਚ ਇੱਕ ਡਾਇਗਰਾਮ ਦਿਖਾਈ ਸੀ, ਸ਼ੁਰੂ ਕਿੱਥੇ ਹੁੰਦਾ ਮਾਊਥ ਤੋਂ ਤੇ ਖਤਮ ਕਿੱਥੇ ਹੁੰਦਾ ਰੈਕਟਮ ਤੇ, ਮਤਲਬ ਜਿੱਥੇ ਰਹਿੰਦ ਖੂੰਦ ਨਿਕਲਦੀ ਹੈ। ਤਾਂ ਸਾਰੇ ਕੀ ਨੇ, ਅੰਗਾਂ ਦੀ ਇੱਕ ਪ੍ਰਣਾਲੀ ਹੈ, ਇੱਕ ਲੜੀ ਹੈ, ਜਿੱਥੇ ਕਿ ਭੋਜਨ ਡਾਈਜੈਸਟਿਵ ਹੁੰਦਾ ਹੈ, ਡਾਈਜੈਸਟਿਵ ਸਿਸਟਮ ਇਹਨੂੰ ਸਾਰਿਆਂ ਨੂੰ ਮਿਲਾ ਕੇ ਹੀ ਬਣਦਾ ਹੈ। ਇਸ ਤੋਂ ਬਾਅਦ ਕਹਿੰਦਾ ਵੀ ਇਹ ਫੂਡ ਪਾਈਪ ਹੈ ਕੀ ਹੈ, ਕਹਿੰਦਾ ਇੱਕ ਮਾਸਪੇਸ਼ੀ ਟਿਊਬ ਹੈ ਜੋ ਭੋਜਨ ਅਤੇ ਤਰਲਾਂ ਨੂੰ ਗਲੇ ਤੋਂ ਪੇਟ ਤੱਕ ਲੈ ਕੇ ਜਾਂਦੀ ਹੈ। ਤਾਂ ਇਹਦਾ ਕੰਮ ਕੀ ਹੈ ਰਾਜੇ, ਜੋ ਵੀ ਭੋਜਨ ਖਾਂਦੇ ਆ ਆਪਾਂ, ਠੋਸ ਰੂਪ ਦੇ ਵਿੱਚ ਖਾਂਦੇ ਆ ਚਾਹੇ ਲਿਕੁਇਡ ਫਾਰਮ ਦੇ ਵਿੱਚ ਖਾਂਦੇ ਆ, ਉਹਨੂੰ ਆਪਣੇ ਮੂੰਹ ਤੋਂ ਲੈ ਕੇ ਆਪਣੇ ਪੇਟ ਤੱਕ ਲਿਜਾਣ ਦਾ ਕੰਮ ਕਰਦੀ ਆ ਓਸਫੋਫਗਸ। ਰਾਈਟ ਹੈ। ਤਾਂ ਆਮ ਤੌਰ ਤੇ ਇਹਨੂੰ ਆਪਾਂ ਡੇਲੀ ਲਾਈਫ ਦੇ ਵਿੱਚ ਕੀ ਕਹਿ ਦਿੰਦੇ ਆ, ਭੋਜਨ ਪਾਈਪ ਕਹਿ ਦਿੰਦੇ ਆ, ਜਾਂ ਇਹਨੂੰ ਗਲਟ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਤਾਂ ਯਾਦ ਰੱਖਿਓ ਇਹਦੇ 2-3 ਨਾਮ ਨੇ, ਸਾਰੇ ਜ਼ਰੂਰੀ ਨੇ। ਆਹ ਦੇਖ ਲਓ ਭਾਈ, ਤੁਹਾਡੇ ਆਹ ਹੁੰਦੀ ਆ ਮੂੰਹ ਤੋਂ ਲੈ ਕੇ ਤੱਕ ਪਹੁੰਚਦਾ ਆਪਣੇ ਪੇਟ ਤੱਕ ਇਹਦੇ ਥਰੂ, ਠੀਕ ਹੈ ਜੀ। ਤਾਂ ਇਹਦੀ ਲੰਬਾਈ ਕਿੰਨੀ ਹੁੰਦੀ ਹੈ ਰਾਜੇ, 25 ਸੈਂਟੀਮੀਟਰ, ਲਗਭਗ 10 ਇੰਚ ਦੀ ਲੰਬਾਈ ਹੁੰਦੀ ਹੈ ਇਹਦੀ, ਜਿਹੜੀ ਕਿ ਇਹਨੂੰ ਗਲੇ ਤੇ ਪੇਟ ਦੇ ਨਾਲ ਜੋੜਦੀ ਹੈ ਆਪਣੇ ਸਰੀਰ ਦੇ ਵਿੱਚ। ਬਾਕੀ ਇਹ ਹੁੰਦਾ ਕਿ ਇਹਦੀ ਨਾ ਲੰਬਾਈ ਜਿਵੇਂ ਜਨਮ ਮੌਕੇ ਕਹਿੰਦਾ ਇਹਦੀ ਲੰਬਾਈ 8 ਤੋਂ 10 ਸੈਂਟੀਮੀਟਰ ਹੋ ਸਕਦੀ ਹੈ, 15 ਸਾਲ ਦੀ ਉਮਰ 'ਚ 19 ਸੈਂਟੀਮੀਟਰ ਹੁੰਦੀ ਹੈ। ਪਰ ਜੇ ਆਪਾਂ ਇੱਕ ਨੌਜਵਾਨ ਦੀ ਗੱਲ ਕਰੀਏ ਜਿਵੇਂ 20-25 ਸਾਲ ਵਾਲੇ ਬੰਦੇ ਦੀ, ਤਾਂ ਉਹਦੇ ਵਿੱਚ ਕਿੰਨੀ ਹੋਊਗੀ ਰਾਜੇ, 25 ਸੈਂਟੀਮੀਟਰ ਹੋਊਗੀ। ਤਾਂ ਯਾਦ ਰੱਖਿਓ ਰਾਜੇ, ਮਤਲਬ ਕਿ ਇਹਦੇ ਵੈਸੇ ਪੁੱਛਿਆ ਤਾਂ ਨਹੀਂ ਜਾਂਦਾਗਾ, ਪਰ ਜੇ ਪੁੱਛਿਆ ਗਿਆ ਤਾਂ ਸਿਰਫ ਇਹ ਪੁੱਛਿਆ ਜਾਊਗਾ ਕਿ ਕੁੱਲ ਇਹਦੀ ਲੰਬਾਈ ਕਿੰਨੀ ਹੁੰਦੀ ਹੈ। ਤਾਂ ਰਾਈਟ ਆਨਸਰ ਆ ਜਾਊਗਾ ਤੁਹਾਡਾ 25 ਸੈਂਟੀਮੀਟਰ, ਤੇ ਨਾਲ ਇਹ ਵੀ ਯਾਦ ਰੱਖਣਾ ਇਹਨੂੰ 10 ਇੰਚ, ਠੀਕ ਹੈ। ਦੋਨੇ ਯੂਨਿਟ ਕੀ ਰਹਿਣਗੇ, ਇੰਪੋਰਟੈਂਟ ਰਹਿਣਗੇ ਪੇਪਰ ਦੇ ਵਾਸਤੇ। ਨੈਕਸਟ ਗੱਲ ਕਰਦੇ ਆ ਰਾਜੇ, ਥਰਡ ਵਨ ਆਪਾਂ ਗੱਲ ਕਰਦੇ ਆ ਸਟਮਕ ਦੀ। ਹੁਣ ਭੋਜਨ ਮੂੰਹ ਤੋਂ ਆ ਕੇ ਕਿੱਥੇ, ਫੂਡ ਪਾਈਪ ਦੇ ਥਰੂ ਆ ਕੇ ਕਿੱਥੇ ਪਹੁੰਚ ਗਿਆ, ਆਪਣੇ ਸਟਮਕ ਦੇ ਵਿੱਚ ਪਹੁੰਚ ਗਿਆ, ਠੀਕ ਹੈ, ਪੇਟ ਜਿਹਨੂੰ ਕਹਿ ਦਿੰਦੇ ਆ।
ਤਾਂ ਇਹ ਕੀ ਹੁੰਦਾ ਰਾਜੇ, ਬੇਸਿਕਲੀ ਪੇਟ ਇੱਕ ਕੰਟੇਨਰ ਦਾ ਕੰਮ ਕਰਦਾ ਹੈ ਜਿੱਥੇ ਆਪਣਾ ਭੋਜਨ ਕੀ ਹੈ ਬਹੁਤ ਦੇਰ 2 ਘੰਟੇ 3 ਘੰਟੇ ਪਿਆ ਰਹਿੰਦਾ ਹੈ। ਉਸ ਤੋਂ ਗਾਂ ਕੀ ਆ, ਉਹ ਹੌਲੀ ਹੌਲੀ ਉਹਦੇ ਵਿੱਚ ਕੀ ਹੈ ਮਤਲਬ ਕਿ ਰਹਿੰਦ ਖੂੰਹਦ ਵੱਖਰੀ ਹੁੰਦੀ ਹੈ, ਅੰਜਾਈਮ ਕੀ ਹਸਾਈ ਹੁੰਦੇ ਨੇ ਪਾਚਨ ਕਰਨ ਵਾਸਤੇ। ਉਸ ਤੋਂ ਬਾਅਦ ਉਹਦੇ ਵਿੱਚ ਪੌਸ਼ਟਿਕ ਤੱਤ ਵੱਖਰੇ ਹੋ ਜਾਂਦੇ ਨੇ ਜਿਹੜੇ ਕਿ ਖੂਨ ਦੇ ਵਿੱਚ ਮਿਲ ਜਾਂਦੇ ਨੇ। ਮਤਲਬ ਕਿ ਮੇਨ ਕੰਮ ਸਟਮਕ ਦੇ ਵਿੱਚ ਕੀ ਆ, ਸਟੋਰ ਕਰਨਾ। ਬਸ ਇਹਦਾ ਕੰਮ ਕੀ ਆ, ਭੋਜਨ ਨੂੰ ਅਸਥਾਈ ਤੌਰ ਤੇ ਸਟੋਰ ਕਰਕੇ ਰੱਖਣਾ। ਕਿੱਥੇ? ਭੋਜਨ ਪੇਟ ਦੇ ਵਿੱਚ। ਤਾਂ ਹੀ ਇਹਨੂੰ ਕੀ ਕਹਿ ਦਿੰਦੇ ਆ ਰਾਜੇ, ਇੱਕ ਖੋਖਲਾ ਅੰਗ ਕਹਿ ਦਿੰਦੇ ਆ, ਜਾਂ ਇਹਨੂੰ ਕੀ ਕਹਿੰਦੇ ਆ, ਕੰਟੇਨਰ ਕਹਿੰਦੇ ਆ। ਤਾਂ ਪੜ੍ਹ ਲਓ ਇੱਕ ਵਾਰੀ, ਕਹਿੰਦਾ ਪੇਟ ਇੱਕ ਖੋਖਲਾ ਅੰਗ ਜਾਂ ਕੰਟੇਨਰ ਹੁੰਦਾ ਜੋ ਕਿ ਭੋਜਨ ਨੂੰ ਕੀ ਕਰਦਾ, ਅਸਥਾਈ ਤੌਰ ਤੇ ਸਟੋਰ ਕਰਕੇ ਰੱਖਦਾ, ਜਿੱਥੇ ਭੋਜਨ ਨੂੰ ਪੇਟ ਦੇ ਪਾਚਕ ਤੱਤਾਂ ਨਾਲ ਮਿਲਾਇਆ ਜਾਂਦਾ ਹੈ। ਤਾਂ ਰਾਜੇ ਉੱਥੇ ਬਾਈਲ ਜੂਸ ਵਗੈਰਾ ਜਿਵੇਂ ਲਿਵਰ ਤੋਂ ਪੈਦਾ ਹੁੰਦਾ, ਤੁਹਾਨੂੰ ਮੈਂ ਅਗਲੀ ਵੀਡੀਓ 'ਚ ਕਰਾਊਂਗਾ, ਉੱਥੇ ਭੋਜਨ ਦੇ ਨਾਲ ਮਿਲਾਇਆ ਜਾਂਦਾ, ਤਾਂ ਹੀ ਭੋਜਨ ਕੀ ਬਣਦਾ ਹੈ, ਡਾਈਜੈਸਟ ਕਰਨ ਵਾਸਤੇ ਉਸ ਰੂਪ ਦੇ ਵਿੱਚ ਤਿਆਰ ਹੁੰਦਾ ਹੈ। ਇਸ ਤੋਂ ਬਾਅਦ ਕਹਿੰਦਾ ਪੇਟ ਦੇ ਕਹਿੰਦਾ ਅੰਦਰ ਕੀ ਹੁੰਦਾ, ਸੈੱਲ ਹੁੰਦੇ ਨੇ, ਤੇ ਇੱਕ ਕੀ ਹੁੰਦਾ, ਮਜ਼ਬੂਤ ਐਸਿਡ ਹੁੰਦੇ ਨੇ ਤੇ ਸ਼ਕਤੀਸ਼ਾਲੀ ਪਾਚਕ ਬਣਾਉਂਦੇ ਨੇ। ਠੀਕ ਹੈ, ਮਤਲਬ ਕਿ ਪੇਟ ਦੇ ਅੰਦਰ ਕੀ ਹੁੰਦੇ ਰਾਜੇ, ਜਿਹੜੀ ਅੰਦਰਲੀ ਸੈੱਲ ਤੇ ਇੱਕ ਮਜ਼ਬੂਤ ਐਸਿਡ ਹੁੰਦੇ ਨੇ ਜਿਹੜੇ ਕਿ ਆਪਣੇ ਭੋਜਨ ਨੂੰ ਕੀ ਕਰਦੇ ਆ, ਮਤਲਬ ਕਿ ਪਚਣ ਦੇ ਵਿੱਚ ਸਹਾਈ ਹੁੰਦੇ ਨੇ, ਤਾਂ ਜੋ ਭੋਜਨ ਕੀ ਹੋਵੇ, ਟੁੱਟ ਜਾਵੇ, ਤੇ ਟੁੱਟਣ ਦੇ ਵਿੱਚ ਕੀ ਆ, ਉਹ ਆਪਣੇ ਸਰੀਰ ਦੇ ਵਿੱਚ ਅਬਜ਼ੌਰਬ ਹੋ ਸਕੇ, ਸਮਾ ਸਕੇ। ਤਾਂ ਇਹ ਸਾਰੀ ਹੈਲਪ ਹੋਊਗੀ ਸਟਮਕ ਦੇ ਵਿੱਚ, ਰਾਈਟ। ਨੈਕਸਟ ਦੇਖਦੇ ਹਾਂ, ਕਹਿੰਦਾ ਪੇਟ ਦਾ ਮੁੱਖ ਕੰਮ ਕੀ ਹੈ, ਭੋਜਨ ਨੂੰ ਸਟੋਰ ਕਰਨਾ ਤੇ ਅੰਤੜੀਆਂ ਨੂੰ ਇਸ ਦਰ ਤੇ ਭੋਜਨ ਭੇਜਣਾ ਜਿਸ ਨਾਲ ਅੰਤੜੀਆਂ ਭੋਜਨ ਨੂੰ ਪ੍ਰੋਸੈਸ ਕਰ ਸਕਣ। ਹੁਣ ਮੰਨ ਲਓ ਕੀ ਹੋ ਗਿਆ ਰਾਜੇ, ਸਟਮਕ ਤੋਂ ਬਾਅਦ ਕਿੱਥੇ ਭੋਜਨ ਜਾਊਗਾ, ਛੋਟੀ ਅੰਤੜੀ ਕੋਲੇ ਜਾਊਗਾ। ਇਕੱਠਾ ਭੋਜਨ ਨਹੀਂ ਜਾਂਦਾਗਾ, ਥੋੜਾ ਥੋੜਾ ਕਰਕੇ ਜਾਊਗਾ ਜਿੰਨਾ ਕਿ ਉਹ ਪ੍ਰੋਸੈਸ ਕਰ ਸਕੇ, ਇਕੱਠਾ ਨਹੀਂ ਜਾਊਗਾ। ਤਾਂ ਸਟੋਰ ਕਰਕੇ ਰੱਖਣ ਦਾ ਕੰਮ ਕਿਹਨੇ ਆ, ਸਟਮਕ ਨੇ ਕਰਨਾ, ਤੁਹਾਡੇ ਪੇਟ ਨੇ ਕਰਨਾ ਹੈ। ਤਾਂ ਪੇਟ ਨੂੰ ਆਪਾਂ ਇੱਕ ਕਹਿ ਸਕਦੇ ਹਾਂ ਕਿ ਥੈਲੀ ਵਰਗਾ ਅੰਗ ਹੁੰਦਾ ਜੋ ਕਿ ਮਜ਼ਬੂਤ ਮਾਸਪੇਸ਼ੀ ਦੀਵਾਰਾਂ ਵਾਲਾ ਹੈ। ਤਾਂ ਮਜ਼ਬੂਤ ਹੋਊਗਾ ਰਾਜੇ ਕਿਉਂਕਿ ਉਹਦੇ ਵਿੱਚ ਕੀ ਆ, ਸਟੋਰ ਕਰਨੀ ਆਪਾਂ ਕੋਈ ਨਾ ਕੋਈ ਚੀਜ਼। ਇਸ ਤੋਂ ਇਲਾਵਾ ਕਹਿੰਦਾ ਖਾਣੇ ਨੂੰ ਮਿਕਸਰ ਅਤੇ ਪੀਸਣ ਦਾ ਕੰਮ ਵੀ ਕੀ ਕਰਦਾ, ਪੇਟ ਦੇ ਵਿੱਚ ਹੀ ਹੁੰਦਾ, ਕਿਉਂਕਿ ਇੱਥੇ ਐਂਜ਼ਾਈਮ ਵਗੈਰਾ ਪਾਚਕ ਵਗੈਰਾ ਕੀ ਹੁੰਦੇ ਨੇ, ਸਹਾਈ ਹੁੰਦੇ ਨੇ ਭੋਜਨ ਨੂੰ ਮਿਕਸ ਕਰਨ ਵਿੱਚ। ਤਾਂ ਰਾਈਟ ਹੈ, ਇਹ ਸਾਰਾ ਕੰਮ ਸੀਗਾ ਭਾਈ ਤੁਹਾਡੇ ਸਟਮਕ ਦਾ। ਆ ਹੁੰਦਾ ਭਾਈ ਤੁਹਾਡਾ ਸਟਮਕ, ਆ ਹੋ ਗਈ ਤੁਹਾਡੀ ਓਸਫੈਗਸ ਜਿਹਨੂੰ ਕਹਿ ਦਿੰਦੇ ਆ ਫੂਡ ਪਾਈਪ। ਤਾਂ ਇਹਨਾਂ ਦੋਵਾਂ ਦੇ ਵਿਚਕਾਰ ਲਾਈ ਕਰਦਾ। ਪੁੱਛਿਆ ਜਾਂਦਾ ਕਈ ਵਾਰੀ ਕਿ ਪੇਟ ਕਿੱਥੇ ਲਾਈ ਕਰਦਾ, ਤਾਂ ਓਸਫੈਗਸ ਦੇ ਸਮਾਲ ਇੰਟੈਸਟਾਈਨ ਦੇ ਵਿਚਕਾਰ ਲਾਈ ਕਰਦਾ। ਤਾਂ ਯਾਦ ਰੱਖਿਓ, ਫੂਡ ਪਾਈਪ ਤੇ ਛੋਟੀ ਅੰਤੜੀ ਦੇ ਵਿਚਕਾਰ। ਕਹਿੰਦਾ ਤੁਹਾਡਾ ਪੇਟ ਐਸਿਡ ਅਤੇ ਸ਼ਕਤੀਸ਼ਾਲੀ ਪਾਚਕ ਬਣਾਉਂਦਾ ਹੈ ਜੋ ਭੋਜਨ ਨੂੰ ਤੋੜ ਦਿੰਦੇ ਹਨ ਅਤੇ ਇਸ ਨੂੰ ਤਰਲ ਜਾਂ ਪੇਸਟ ਵਿੱਚ ਬਦਲ ਦਿੰਦੇ ਹਨ। ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਰਾਜੇ, ਪੇਟ ਇੱਕ ਤਾਂ ਸਟੋਰ ਕਰੂਗਾ, ਨਾਲ ਦੀ ਨਾਲ ਕੀ ਕਰੂਗਾ, ਇਹਦੇ ਵਿੱਚ ਐਂਜ਼ਾਈਮ ਵਗੈਰਾ ਹੁੰਦੇ ਨੇ ਜਿਹੜੇ ਕਿ ਆਪਣੇ ਸਰੀਰ ਦੇ ਵਿੱਚ ਭੋਜਨ ਨੂੰ ਕੀ ਕਰਦੇ ਨੇ, ਤਰਲ ਬਣਾ ਦਿੰਦੇ ਨੇ, ਪੇਸਟ ਦੇ ਰੂਪ ਦੇ ਵਿੱਚ ਬਦਲ ਦਿੰਦੇ ਨੇ। ਤਾਂ ਇਸ ਤੋਂ ਬਾਅਦ ਕਹਿੰਦਾ ਕੰਮ ਕੀ ਕਰੂਗਾ, ਕਹਿੰਦਾ ਪੇਟ ਤੋਂ ਭੋਜਨ ਤੁਹਾਡੀ ਛੋਟੀ ਅੰਤੜੀ ਵੱਲ ਜਾਂਦਾ ਹੈ। ਤਾਂ ਇਸ ਤੋਂ ਬਾਅਦ ਕਿੱਥੇ ਜਾਊਗਾ, ਹੁਣ ਛੋਟੀ ਅੰਤੜੀ ਵੱਲ। ਤਾਂ ਹੁਣ ਆਪਾਂ ਅੱਗੇ ਪੜ੍ਹਦੇ ਹਾਂ, ਛੋਟੀ ਅੰਤੜੀ ਕੀ ਕੰਮ ਕਰਦੀ ਹੈ, ਉਹਨੂੰ ਕੀ ਕਹਿੰਦੇ ਨੇ, ਉਹਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ, ਰਾਈਟ। ਹੁਣ ਆਪਾਂ ਦੇਖਦੇ ਹਾਂ ਰਾਜੇ, ਸਮਾਲ ਇੰਟੈਸਟਾਈਨ ਜਾਂ ਉਹਨੂੰ ਕਹਿ ਦਿੰਦੇ ਆ ਸਮਾਲ ਬੌਲ। ਨਾਮ ਚਾਹੇ ਇਹਦਾ ਛੋਟਾ ਹੈ ਪਰ ਸਰੀਰ ਦੇ ਵਿੱਚ ਡਾਈਜੈਸਟਿਵ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਉਹ ਹੁੰਦੀ ਹੈ ਸਮਾਲ ਇੰਟੈਸਟਾਈਨ। ਇਹਦੀ ਲੈਂਥ ਸਭ ਤੋਂ ਵੱਡੀ ਹੁੰਦੀ ਹੈ, ਉਹ ਮੈਂ ਤੁਹਾਨੂੰ ਕਰਾਉਣਾ ਅੱਗੇ ਜਾ ਕੇ। ਕਹਿੰਦਾ ਛੋਟੀ ਅੰਤੜੀ ਪਾਚਨ ਪ੍ਰਣਾਲੀ ਦਾ ਸਭ ਤੋਂ ਲੰਬਾ ਹਿੱਸਾ ਹੁੰਦਾ ਹੈ। ਮੋਸਟ ਇੰਪੋਰਟੈਂਟ ਚੀਜ਼ ਹੈ, ਬਾਰ-ਬਾਰ ਕੁਐਸਚਨ ਪੁੱਛਿਆ ਜਾਂਦਾ। ਠੀਕ ਹੈ, ਬੱਚੇ ਭੁਲੇਖਾ ਖਾ ਜਾਂਦੇ ਆ ਕਿਉਂਕਿ ਇਹਦਾ ਨਾਮ ਲਿਖਿਆ ਹੋਇਆ ਸਮਾਲ। ਤਾਂ ਬੱਚੇ ਕਹਿੰਦੇ ਯਾਰ ਇਹ ਨਹੀਂ ਹੋਊਗੀ, ਲਾਰਜ ਵਾਲੀ ਹੋਊਗੀ। ਪਰ ਲਾਰਜ ਵਾਲੀ ਵਿਸ਼ਾਲ ਹੁੰਦੀ ਹੈ, ਮਤਲਬ ਵਿਸ਼ਾਲ ਕੀ ਦੇਖਣ 'ਚ ਵੱਡੀ ਲੱਗਦੀ ਹੈ, ਪਰ ਅਸਲ ਦੇ ਵਿੱਚ ਵੱਡੀ ਕੌਣ ਹੁੰਦੀ ਹੈ, ਸਮਾਲ ਇੰਟੈਸਟਾਈਨ ਵੱਡੀ ਹੁੰਦੀ ਹੈ। ਕਹਿੰਦਾ ਇਹ ਪੇਟ ਅਤੇ ਵੱਡੀ ਅੰਤੜੀ ਦੇ ਵਿਚਕਾਰ ਹੁੰਦੀ ਹੈ। ਤਾਂ ਰਾਜੇ ਆ ਦੇਖੋ, ਆ ਪੇਟ ਹੋ ਗਿਆ ਤੇ ਪੇਟ ਤੇ ਇਹਨਾਂ ਦੋਵਾਂ ਦੇ ਵਿਚਕਾਰ ਵੱਡੀ ਅੰਤੜੀ ਦੇ ਵਿਚਕਾਰ ਜਿਹੜੀ ਆ ਬਲੂ ਕਲਰ ਦੀ ਦਿਖ ਰਹੀ ਹੈ, ਇਹੀ ਆਪਣੀ ਕੀ ਸਮਾਲ ਇੰਟੈਸਟਾਈਨ। ਤਾਂ ਇਹ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਹੁੰਦੀ ਹੈ ਰਾਜੇ। ਪਹਿਲਾ ਆ ਪਿਆ ਜਿਹਨੂੰ ਕਹਿ ਦਿੰਦੇ ਆ ਡੀਓਡਮ, ਸੈਕੰਡ ਹੈਗਾ ਜੁਜਨਮ, ਥਰਡ ਹੈਗਾ ਇਲੀਅਮ। ਇਹ ਤਿੰਨੇ ਨਾਮ ਇੰਪੋਰਟੈਂਟ ਨੇ ਰਾਜੇ, ਪੁੱਛੇ ਜਾਂਦੇ ਨੇ ਵਾਰ-ਵਾਰ ਪੇਪਰਾਂ ਦੇ ਵਿੱਚ। ਤਾਂ ਇਹਨਾਂ ਨੂੰ ਯਾਦ ਰੱਖ ਲਿਓ ਕਿਸੇ ਢੰਗ ਦੇ ਨਾਲ। ਹੁਣ ਕੁਐਸਚਨ ਪੁੱਛਿਆ ਵੀ ਗਿਆ ਰਾਜੇ, ਇਹ ਨੀਟ ਦੇ ਵਿੱਚ ਆਇਆ ਹੋਇਆ ਕੁਐਸਚਨ ਆ, ਮੈਡੀਕਲ ਐਂਟਰੈਂਸ ਦੇ ਵਿੱਚ। ਕਹਿੰਦੇ ਛੋਟੀ ਅੰਤੜੀ ਦੇ ਤਿੰਨ ਹਿੱਸੇ ਹੁੰਦੇ ਹਨ, ਪਹਿਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਤਾਂ ਤੁਹਾਨੂੰ ਮੈਂ ਦੱਸਿਆ ਡਿਊਡਰਨਮ। ਆ ਦੇਖੋ, ਤੁਸੀਂ ਦੇਖ ਲਓ ਦੁਬਾਰਾ। ਤਾਂ ਪਹਿਲਾ ਹਿੱਸਾ ਕਿਹੜਾ, ਡਿਊਡੇਨਮ, ਜਜਨਮ ਤੇ ਇਲੀਅਮ। ਤਾਂ ਇਲੀਅਮ ਹੈਗਾ ਲਾਸਟ ਵਾਲਾ, ਸੈਂਟਰ ਵਾਲਾ ਹੈਗਾ ਜਜਨਮ। ਤਾਂ ਯਾਦ ਰੱਖਿਓ ਪਹਿਲਾ ਕਿਹੜਾ, ਸੈਂਟਰ ਵਾਲਾ ਕਿਹੜਾ ਤੇ ਲਾਸਟ ਵਾਲਾ ਕਿਹੜਾ ਹੈ, ਕਿਤੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਹੁਣ ਗੱਲ ਕਰਦੇ ਆ ਇਹ ਕੰਮ ਕੀ ਕਰਦੀ ਹੈ ਰਾਜੇ। ਛੋਟੀ ਅੰਤੜੀ ਕਹਿੰਦਾ ਕੀ ਕਰਦੀ ਆ, ਕਹਿੰਦਾ ਛੋਟੀ ਅੰਤੜੀ ਦੀਆਂ ਮਾਸਪੇਸ਼ੀਆਂ
ਪੈਨਿਕਰਸ ਜਿਗਰ ਅਤੇ ਅੰਤੜੀਆਂ ਦੇ ਪਾਚਕ ਰਸਾਂ ਨਾਲ ਭੋਜਨ ਨੂੰ ਮਿਲਾਉਂਦੀਆਂ ਨੇ। ਤਾਂ ਜਿਗਰ ਤੋਂ ਬਾਇਲ ਜੂਸ ਵਗੈਰਾ ਪੈਦਾ ਹੁੰਦਾ ਰਾਜੇ, ਉਹਦੇ ਨਾਲ ਕੀ ਕਰ ਦੇਣਗੀਆਂ, ਆਪਣੇ ਭੋਜਨ ਨੂੰ ਮਿਕਸ ਕਰ ਦੇਣਗੀਆਂ ਛੋਟੀ ਅੰਤੜੀ। ਔਰ ਇੱਕ ਗੱਲ ਹੋਰ ਯਾਦ ਰੱਖਿਓ, ਜਦੋਂ ਕੁਐਸਚਨ ਪੁੱਛਿਆ ਜਾਂਦਾ ਕਿ ਭੋਜਨ ਚੰਗੀ ਤਰ੍ਹਾਂ ਕਿੱਥੇ ਜਾ ਕੇ ਹਜਮ ਹੁੰਦਾ, ਤਾਂ ਸਭ ਤੋਂ ਜ਼ਿਆਦਾ ਹਜਮ ਬੱਚੇ ਭੁਲੇਖਾ ਖਾ ਜਾਂਦੇ ਪੇਟ ਦਾ। ਪੇਟ ਦੇ ਵਿੱਚ ਹਜਮ ਨਹੀਂ ਹੁੰਦਾ, ਪੇਟ ਦੇ ਵਿੱਚ ਤਾਂ ਸਟੋਰ ਹੁੰਦਾ। ਹਜਮ ਕਰਨ ਦੀ ਪ੍ਰਕਿਰਿਆ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ, ਛੋਟੀ ਅੰਤੜੀ ਦੇ ਵਿੱਚ। ਛੋਟੀ ਅੰਤੜੀ ਦੇ ਵਿੱਚ ਹੀ ਹਜਮ ਹੁੰਦਾ। ਉਸ ਤੋਂ ਬਾਅਦ ਤਾਂ ਕੀ ਹੁੰਦਾ, ਵੱਡੀ ਅੰਤੜੀ ਦੇ ਵਿੱਚ ਤਾਂ ਸਿਰਫ ਵੇਸਟੇਜ ਵਗੈਰਾ ਅਲੱਗ ਹੁੰਦੀ ਆ, ਪਾਣੀ ਅਲੱਗ ਹੁੰਦਾ। ਠੀਕ ਹੈ, ਤਾਂ ਹਜਮ ਕਰਨ ਦੀ ਪ੍ਰਕਿਰਿਆ ਸਭ ਤੋਂ ਜ਼ਿਆਦਾ ਕਿੱਥੇ ਪੂਰੀ ਹੁੰਦੀ ਹੈ, ਛੋਟੀ ਅੰਤੜੀ ਦੇ ਵਿੱਚ ਪੂਰੀ ਹੁੰਦੀ ਹੈ। ਯਾਦ ਰੱਖਿਓ ਇਸ ਗੱਲ ਨੂੰ ਮੇਰੀ, ਇਹਦੇ ਤੋਂ ਹੀ ਕੁਐਸਚਨ ਪੁੱਛਿਆ ਜਾਊਗਾ ਤੁਹਾਨੂੰ ਪੇਪਰ ਦੇ ਵਿੱਚ। ਇਸ ਤੋਂ ਬਾਅਦ ਕਹਿੰਦਾ ਕੀ ਕੰਮ ਕਰਦੀਆਂ ਨੇ, ਕਹਿੰਦਾ ਅਤੇ ਹੋਰ ਕਹਿੰਦਾ ਪਾਚਨ ਦੇ ਲਈ ਮਿਸ਼ਰਣ ਨੂੰ ਅੱਗੇ ਧੱਕਦੀਆਂ ਨੇ। ਹੁਣ ਉਸ ਤੋਂ ਬਾਅਦ ਜਦੋਂ ਆਪਣਾ ਪੂਰੀ ਤਰ੍ਹਾਂ ਹਜਮ ਹੋ ਗਿਆ, ਜੋ ਵੀ ਚੀਜ਼ ਰਹਿ ਗਈ ਉਹਨੂੰ ਕੀ ਕਰਨਗੇ, ਅੱਗੇ ਧੱਕ ਕੇ ਕਿੱਥੇ ਪਹੁੰਚਾ ਦੇਣਗੀਆਂ, ਵੱਡੀ ਆਂਤੜ ਦੇ ਕੋਲੇ, ਵੱਡੀ ਆਂਤੜੀ ਦੇ ਕੋਲੇ ਪਹੁੰਚਾ ਦੇਣਗੀਆਂ। ਇਸ ਤੋਂ ਬਾਅਦ ਕਹਿੰਦਾ ਛੋਟੀ ਆਂਤੜੀ ਦੀਆਂ ਕੰਧਾਂ, ਮਤਲਬ ਕਿ ਜਿਹੜੀਆਂ ਇਹਦੀਆਂ ਵਾਲਸ ਵਗੈਰਾ ਹੁੰਦੀਆਂ ਨੇ, ਕਹਿੰਦਾ ਪਾਣੀ ਅਤੇ ਹਜਮ ਹੋਏ ਪੋਸ਼ਕ ਤੱਤਾਂ ਨੂੰ ਤੁਹਾਡੇ ਖੂਨ ਦੇ ਪ੍ਰਵਾਹ ਦੇ ਵਿੱਚ ਜਜ਼ਬ ਕਰਦੀਆਂ ਨੇ। ਹੁਣ ਇੱਥੇ ਕੀ ਹੋਊਗਾ, ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਫੂਡ ਹੈ ਪ੍ਰੋਪਰ ਢੰਗ ਦੇ ਨਾਲ ਕੀ ਹੋ ਜਾਊਗਾ, ਅਬਜ਼ੌਰਬ ਹੋ ਜਾਊਗਾ, ਹਜਮ ਹੋ ਜਾਊਗਾ। ਤਾਂ ਉਹਦੇ ਵਿੱਚੋਂ ਜੋ ਵੀ ਪੌਸ਼ਟਿਕ ਤੱਤ ਹੋਣਗੇ ਉਹਨਾਂ ਨੂੰ ਕਿਹਦੇ ਵਿੱਚ ਮਿਲਾ ਦੇਣਗੀਆਂ, ਖੂਨ ਦੇ ਵਿੱਚ ਮਿਲਾ ਦੇਣਗੀਆਂ, ਤਾਂ ਜੋ ਖੂਨ ਦੇ ਥਰੂ ਤੁਹਾਡੇ ਸਾਰੇ ਸਰੀਰ ਤੱਕ ਕੀ ਪਹੁੰਚ ਜਾਣ, ਪੌਸ਼ਟਿਕ ਤੱਤ ਪਹੁੰਚ ਸਕਣ। ਰਾਈਟ ਹੈ। ਤਾਂ ਇਹਦੀ ਲੰਬਾਈ ਹੁੰਦੀ ਹੈ ਰਾਜੇ 3 ਮੀਟਰ ਤੋਂ ਲੈ ਕੇ 10.5 ਮੀਟਰ, ਤਾਂ 10 ਮੀਟਰ ਕਹਿ ਸਕਦੇ ਆ। ਜੇ ਆਪਾਂ ਫੁੱਟ ਦੇ ਵਿੱਚ ਗੱਲ ਕਰੀਏ ਤਾਂ 34 ਫੁੱਟ ਹੁੰਦੀ ਹੈ। ਤਾਂ ਕਈ ਜਗ੍ਹਾ 35 ਫੁੱਟ ਵੀ ਲਿਖਿਆ ਗਿਆ, ਤਾਂ 34.4 ਫੁੱਟ ਦੀ ਹੁੰਦੀ ਹੈ। ਬਹੁਤ ਵੱਡਾ ਆਕਾਰ ਹੈ ਇਹਦਾ ਛੋਟੀ ਅੰਤੜੀ ਦਾ। ਰਾਈਟ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲਾਰਜ ਇੰਸਟਾਈਨ ਦੀ, ਜਿਹਨੂੰ ਕਹਿ ਦਿੰਦੇ ਆ ਕੋਲਨ ਔਰ ਲਾਰਜ ਬਾਉਲ। ਹੁਣ ਇਹਦੇ ਵਿੱਚ ਕੀ ਹੈ ਰਾਜੇ, ਇਹਨੂੰ 5 ਭਾਗਾਂ ਦੇ ਵਿੱਚ ਵੰਡਿਆ ਗਿਆ। ਇਹਦੇ ਵਿੱਚ ਇੱਕ ਹੁੰਦੀ ਹੈ ਅਪੈਂਡਿਕਸ ਹੁੰਦੀ ਹੈ, ਇੱਕ ਹੁੰਦਾ ਅਸੈਂਡਿੰਗ ਕੋਲਨ, ਇੱਕ ਹੁੰਦਾ ਟਰਾਂਸਵਰਸ ਕੋਲਨ, ਇੱਕ ਹੁੰਦਾ ਡਿਸੈਂਡਿੰਗ ਕੋਲਨ, ਇੱਕ ਹੁੰਦਾ ਰੈਕਟਮ। ਮਤਲਬ ਅਪੈਂਡਿਕਸ ਤੋਂ ਸਟਾਰਟ ਹੁੰਦੀ ਹੈ ਇਹ ਅਸੈਂਡਿੰਗ ਦਾ ਮਤਲਬ ਕੀ ਹੈ, ਵਾਧੇ ਕਰਮ ਵੱਲ। ਇਸ ਤੋਂ ਬਾਅਦ ਸੈਂਟਰ ਵਾਲਾ ਹੋ ਗਿਆ, ਇਸ ਤੋਂ ਬਾਅਦ ਘਟਦੇ ਕਰਮ, ਤੇ ਲਾਸਟ ਤੇ ਕੀ ਹੁੰਦਾ, ਗੁੱਦਾ, ਜਿਹਨੂੰ ਕਹਿ ਦਿੰਦੇ ਆ ਰੈਕਟਮ। ਤਾਂ ਪੁੱਛਿਆ ਜਾਂਦਾ ਕਿ ਜਿਹੜੀ ਵੱਡੀ ਆਂਤੜੀ ਆ ਕਿੱਥੋਂ ਸਟਾਰਟ ਹੁੰਦੀ ਹੈ, ਤਾਂ ਰਾਜੇ ਅਪੈਂਡਿਕਸ ਤੋਂ ਸਟਾਰਟ ਹੁੰਦੀ ਹੈ। ਮੋਸਟ ਇੰਪੋਰਟੈਂਟ ਪੁਆਇੰਟ ਹੈ ਤੁਹਾਡੇ ਅੱਜ ਦੀ ਵੀਡੀਓ ਦਾ। ਇਹ ਪੁੱਛਿਆ ਜਾਊਗਾ ਕਿ ਵੱਡੀ ਇੰਸਟਾਈਨ ਕਿੱਥੋਂ ਸਟਾਰਟ ਹੁੰਦੀ ਹੈ, ਤਾਂ ਰਾਜੇ ਕਿੱਥੋਂ ਹੁੰਦੀ ਆ, ਅਪੈਂਡਿਕਸ ਤੋਂ ਸਟਾਰਟ ਹੁੰਦੀ ਹੈ। ਖਤਮ ਕਿੱਥੇ ਹੁੰਦੀ ਹੈ, ਰੈਕਟਮ ਤੇ ਖਤਮ ਹੁੰਦੀ ਹੈ। ਦੋਨੇ ਚੀਜ਼ਾਂ ਇੰਪੋਰਟੈਂਟ ਰਹਿਣਗੀਆਂ। ਆ ਚਾਹੇ ਇੰਨੀ ਜ਼ਰੂਰੀ ਨਹੀਂ ਹੈਗੀਆਂ ਗੀਆਂ, ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਦਾ ਯਾਦ ਰੱਖਣਾ ਜ਼ਰੂਰੀ ਹੈ। ਕਹਿੰਦਾ ਵੱਡੀ ਆਂਦਰ ਜਾਂ ਵੱਡੀ ਅੰਤੜੀ, ਜਿਸ ਨੂੰ ਕਹਿੰਦਾ ਵੱਡੀ ਅੰਤੜੀ ਵੀ ਕਿਹਾ ਜਾਂਦਾ ਹੈ, ਕਹਿੰਦਾ ਇਹਨੂੰ ਕੋਲਨ ਵੀ ਕਹਿੰਦੇ ਆ। ਕਹਿੰਦਾ ਲਗਭਗ 5 ਫੁੱਟ ਲੰਬੀ ਹੁੰਦੀ ਹੈ ਤੇ ਲਗਭਗ 3 ਇੰਚ ਵਿਆਸ ਵਾਲੀ ਹੁੰਦੀ ਹੈ। ਮਤਲਬ ਡਾਇਆਮੀਟਰ ਦੇ ਵਿੱਚ ਵੱਡੀ ਹੁੰਦੀ ਹੈ, ਵਿਸ਼ਾਲ ਹੁੰਦੀ ਹੈ, ਪਰ ਲੰਬਾਈ ਦੇ ਵਿੱਚ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਤਾਂ ਅਗਰ ਪੁੱਛੂਗਾ ਵਿਸ਼ਾਲ, ਤਾਂ ਵਿਸ਼ਾਲ ਹੁੰਦੀ ਹੈ ਲਾਰਜ ਇੰਸਟਾਈਨ, ਤੇ ਅਗਰ ਪੁੱਛੂਗਾ ਲੰਬੀ ਹੁੰਦੀ ਹੈ ਛੋਟੀ ਅੰਤੜੀ। ਤਾਂ ਯਾਦ ਰੱਖਿਓ ਰਾਜੇ, ਇਹਦੀ 5 ਫੁੱਟ ਹੀ ਹੈ, ਉਹ ਕਿੰਨੀ ਹੈ, 34। ਤਾਂ ਦੇਖੋ ਆਪਣੇ ਆਪ ਤੁਹਾਨੂੰ ਪਤਾ ਚੱਲ ਗਿਆ ਹੋਊਗਾ, ਹੁਣ ਤੁਸੀਂ ਕਦੇ ਨਹੀਂ ਭੁੱਲੋਗੇ। ਤਾਂ ਯਾਦ ਰੱਖਿਓ, ਦਿਮਾਗ ਦੇ ਵਿੱਚ ਗੱਲਾਂ ਬਿਠਾ ਲਿਓ। ਤੇ ਵੀਡੀਓ ਨੂੰ ਜਾਜੇ, ਜਿਹੜੀਆਂ ਇਦਾਂ ਦੀਆਂ ਵੀਡੀਓ ਹੁੰਦੀਆਂ ਨਾ, ਉਹਨੂੰ ਰਿਪੀਟ ਕਰ ਲਿਆ ਕਰੋ ਆਪਦੇ ਲੈਵਲ ਤੇ ਜੇ ਮਤਲਬ ਕਿ ਵੀਡੀਓ ਰਿਪੀਟ ਨਹੀਂ ਕਰਨੀ ਤਾਂ ਤੁਸੀਂ PDF ਨੂੰ ਇੱਕ ਵਾਰੀ ਨਿਗਾਹ ਮਾਰ ਲਿਆ ਕਰੋ। ਇਹ ਬਹੁਤ ਇੰਪੋਰਟੈਂਟ ਟੌਪਿਕ ਹੁੰਦੇ ਨੇ। ਇਸ ਤੋਂ ਬਾਅਦ ਕਹਿੰਦਾ ਕੰਮ ਕੀ ਕਰਦੀ ਹੈ, ਕਹਿੰਦਾ ਵੱਡੀ ਅੰਤੜੀ ਕਹਿੰਦਾ ਛੋਟੀ ਅੰਤੜੀ ਨਾਲੋਂ ਵੱਧ ਫੈਲੀ ਹੁੰਦੀ ਹੈ ਤੇ ਛੋਟੀ ਹੁੰਦੀ ਹੈ। ਤੁਹਾਨੂੰ ਮੈਂ ਦੱਸਤਾ, ਮਤਲਬ ਕਿ ਵਿਸ਼ਾਲ ਹੁੰਦੀ ਹੈ, ਆਕਾਰ ਦੇ ਵਿੱਚ ਵੱਡੀ ਲੱਗਦੀ ਹੈ, ਲੇਕਿਨ ਕੀ ਹੁੰਦੀ ਹੈ, ਛੋਟੀ ਹੁੰਦੀ ਹੈ। ਕਿਤੋਂ, ਛੋਟੀ ਅੰਤੜੀ ਤੋਂ। ਇਸ ਤੋਂ ਬਾਅਦ ਕਹਿੰਦਾ ਲੰਬਾਈ ਕਿੰਨਾ, 1.5 ਮੀਟਰ ਹੈ ਇਹਦੀ, ਤੁਹਾਨੂੰ ਮੈਂ ਦੱਸਤਾ। 3 ਇੰਚ ਜੋ ਵੀ ਫੁੱਟ ਮਤਲਬ ਜੋ ਤੁਹਾਨੂੰ ਮੈਂ ਦੱਸਿਆ ਹੋਇਆ ਪਿੱਛੇ। ਇਸ ਤੋਂ ਬਾਅਦ ਰਾਜੇ ਇਹਦੇ ਵਿੱਚ ਕੀ ਹੁੰਦਾ, ਕਹਿੰਦਾ ਸਿਕਮ ਹੋ ਗਿਆ, ਕੋਲਨ ਹੋ ਗਿਆ, ਗੁੱਦਾ ਹੋ ਗਿਆ, ਐਨਲ ਕਨਾਲ ਹੋ ਗਈ। ਕਹਿੰਦਾ ਸਾਰਿਆਂ ਦਾ ਸਮੇਲ ਹੁੰਦੀ ਹੈ। ਤਾਂ ਇਹਦੇ ਵਿੱਚ ਆ ਵੱਖਰੇ ਵੱਖਰੇ ਪਾਰਟ ਹੁੰਦੇ ਨੇ ਰਾਜੇ, ਇੰਨੇ ਇੰਪੋਰਟੈਂਟ ਨਹੀਂ ਹੈਗੇ, ਕੋਈ ਚੱਕਰ ਨਹੀਂ। ਜੇ ਨਹੀਂ ਯਾਦ ਹੁੰਦੇ ਛੱਡ ਦਿਓ, ਬਸ ਸਟਾਰਟਿੰਗ ਪੁਆਇੰਟ ਤੇ ਐਂਡ ਪੁਆਇੰਟ ਦਾ ਯਾਦ ਰੱਖਿਓ। ਕਹਿੰਦਾ ਕੋਲਨ ਵੱਡੀ ਅੰਤੜੀ ਦਾ ਸਭ ਤੋਂ ਵੱਡਾ ਹਿੱਸਾ ਹੁੰਦਾ ਹੈ। ਤਾਂ ਕੋਲਨ ਦੇਖੋ ਰਾਜੇ, ਜਿਹੜਾ ਕੋਲਨ ਹੁੰਦਾ ਉਸ ਇਹਦਾ ਕੀ ਹੈ, ਸਭ ਤੋਂ ਵੱਡਾ ਹਿੱਸਾ ਹੁੰਦਾ ਹੈ। ਦੇਖੋ ਆ ਵੀ ਕੋਲਨ ਹੈ, ਆ ਵੀ ਕੋਲਨ ਹੈ, ਆ ਵੀ ਕੋਲਨ ਹੈ। ਮਤਲਬ ਇੱਥੋਂ ਸਾਰਾ ਸਟਾਰਟ ਹੋ ਕੇ ਸਾਰਾ ਕੀ ਹੈ, ਕੋਲਨ ਹੈ। ਤਾਂ ਸਭ ਤੋਂ ਵੱਡਾ ਹਿੱਸਾ ਕੀ ਹੋ ਗਿਆ ਤੁਹਾਡਾ, ਕੋਲਨ, ਜਿਹਨੂੰ ਕਿ 3 ਹਿੱਸਿਆਂ 'ਚ ਵੰਡਿਆ ਗਿਆ, ਅਸੈਂਡਿੰਗ, ਟ੍ਰੈਵਰਸ ਤੇ ਡਿਸੈਂਡਿੰਗ ਦੇ ਵਿੱਚ। ਹੁਣ ਇਹਦਾ ਕੰਮ ਕੀ ਹੁੰਦਾ ਰਾਜੇ, ਇਹ ਕੀ ਕੰਮ ਕਰਦੀ ਹੈ, ਜੋ ਵੀ ਇਹਨੂੰ ਭੋਜਨ ਮਿਲ ਗਿਆ, ਹੁਣ ਸਾਰਾ ਭੋਜਨ ਡਾਈਜੈਸਟ ਹੋ ਗਿਆ, ਕਿਹਦੇ ਵਿੱਚ, ਛੋਟੀ ਆਂਤੜੀ ਦੇ ਵਿੱਚ। ਬਚਿਆ ਕੀ ਹੋਊਗਾ, ਬਸ ਪਾਣੀ ਬਚਿਆ ਹੋਊਗਾ। ਪਾਣੀ ਬਚ ਗਿਆ ਤੇ ਰਹਿੰਦ ਖੂੰਦ ਬਚ ਗਈ। ਉਹ ਸਾਰੀ ਜਦੋਂ ਇਕੱਠੀ ਹੋ ਕੇ ਵੱਡੀ ਇੰਸਟਾਈਨ ਦੇ ਵਿੱਚ ਆਊਗੀ, ਇਹ ਕੀ ਕਰੂਗੀ, ਪਾਣੀ ਨੂੰ ਅਬਜ਼ੌਰਬ ਕਰ ਲੂਗੀ, ਕਿਉਂਕਿ ਪਾਣੀ ਆਪਣੇ ਸਰੀਰ ਨੂੰ ਚਾਹੀਦਾ ਹੁੰਦਾ ਹੈ।
ਤਾਂ ਪਾਣੀ ਨੂੰ ਇਹ ਰੱਖ ਲੂਗੀ, ਬਾਕੀ ਜਿਹੜੀ ਬਚ ਗਿਆ, ਜਿਹੜਾ ਮਲ ਮੂਤਰ ਬਚ ਗਿਆ, ਰਹਿੰਦ ਖੂੰਦ ਬਚ ਗਈ, ਉਹਨੂੰ ਕੀ ਕਰੂਗੀ, ਅੱਗੇ ਧੱਕ ਦੂਗੀ ਕਿੱਥੇ, ਇਹਦੇ ਐਂਡ ਪੁਆਇੰਟ ਤੇ, ਜਿਹਨੂੰ ਆਪਾਂ ਕਹਿ ਦਿੰਦੇ ਆ ਗੁੱਦਾ। ਤੇ ਗੁੱਦੇ ਦੇ ਥਰੂ ਕੀ ਹੋਊਗਾ, ਸਰੀਰ ਤੋਂ ਬਾਹਰ ਨਿਕਲ ਜੂਗਾ ਰਹਿੰਦ ਖੂੰਦ। ਤਾਂ ਆਹ ਦੇਖੋ ਭਾਈ ਕਿੰਨਾ ਘੈਂਟ ਸਿਸਟਮ ਬਣਾਇਆ ਬਾਬਾ ਜੀ ਨੇ। ਐਂਡ ਮੂੰਹ ਤੋਂ ਸਟਾਰਟ ਹੋ ਕੇ ਕੱਲੀ ਕੱਲੀ ਚੀਜ਼ ਕੰਮ ਕਰਦੀ ਆ। ਦੇਖੋ ਦੰਦ ਆਪਣਾ ਕੰਮ ਕਰਦੇ ਨੇ, ਜੀਭ ਆਪਣਾ ਕੰਮ ਕਰਦੀ ਆ, ਫੂਡ ਪਾਈਪ ਆਪਣਾ ਕੰਮ ਕਰਦੀ ਹੈ, ਉਸ ਤੋਂ ਬਾਅਦ ਜਿਹੜਾ ਸਟਮਕ ਹੈਗਾ ਉਹ ਆਪਣਾ ਕੰਮ ਕਰਦਾ, ਉਹਦੇ ਵਿੱਚ ਲਿਵਰ ਆਪਣਾ ਕੰਮ ਕਰੂਗਾ, ਉਸ ਤੋਂ ਐਂਜ਼ਾਈਮ ਆਪਣਾ ਕੰਮ ਕਰਨਗੇ, ਛੋਟੀ ਅੰਤੜੀ ਆਪਣਾ ਕੰਮ ਕਰੂਗੀ, ਵੱਡੀ ਅੰਤੜੀ ਆਪਣਾ ਕੰਮ ਕਰੂਗੀ। ਦੇਖੋ ਕਿੰਨੀ ਘੈਂਟ ਚੀਜ਼ ਬਣਾਈ ਹੈ, ਠੀਕ ਹੈ। ਜਿੰਨੇ ਮਰਜ਼ੀ ਕਲੋਨ ਬਣਾ ਲੈਣ, ਲੇਕਿਨ ਪਰਮਾਤਮਾ ਤੋਂ ਉੱਪਰ ਤਾਂ ਨਹੀਂ ਹੋ ਸਕਦੀ ਨਾ ਸਾਇੰਸ। ਤਾਂ ਦੇਖੋ ਇਹਦੇ ਨਾਲ ਦੇਖੋ ਨੌਲੇਜ ਵੀ ਵੱਧਦੀ ਹੈ ਆਪਣੀ, ਤੇ ਨਾਲ ਹੀ ਦੇਖੋ ਆਪਾਂ ਪੇਪਰ ਦੇ ਵਾਸਤੇ ਤਿਆਰੀ ਵੀ ਕਰਦੇ ਹਾਂ। ਦੇਖੋ ਜਦੋਂ ਵੀ ਸਟੱਡੀ ਕਰਨੀ ਹੈ ਨਾ, ਸਟੱਡੀ ਨੂੰ ਇੰਜੋਏ ਕਰੋ। ਇੰਜੋਏ ਕਰੋਗੇ ਨਾ ਤੁਸੀਂ, ਚੁਟਕੀਆਂ ਦੇ ਵਿੱਚ ਤੁਹਾਨੂੰ ਦਿਮਾਗ 'ਚ ਬੈਠਣਗੀਆਂ ਗੱਲਾਂ, ਤਾਂ ਕਦੇ ਵੀ ਬੋਰ ਮਤਲਬ ਕਿ ਸਮਝ ਕੇ ਸਟੱਡੀ ਨੂੰ ਕਦੇ ਨਹੀਂ ਪੜ੍ਹਨਾਗਾ, ਬਸ ਇੰਜੋਏ ਕਰਕੇ ਪੜ੍ਹਨਾ ਹੈ। ਰਾਈਟ, ਹੁਣ ਕੀ ਕਹਿੰਦਾ ਵੀ ਇਹਦਾ ਕਾਰਜ ਕੀ ਆ, ਕਹਿੰਦਾ ਪਾਣੀ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸੋਖਣਾ ਹੈ, ਤਾਂ ਸੋਖ ਲੂਗੀ ਪਾਣੀ ਨੂੰ। ਇਸ ਤੋਂ ਬਾਅਦ ਕਹਿੰਦਾ ਜਿਹੜੀ ਬਚ ਗਈ ਰਹਿੰਦ ਖੂੰਦ ਉਹ ਕਿੱਥੇ ਦਾਖਲ ਕਰ ਦੂਗੀ, ਗੁੱਦਾ ਦੇ ਵਿੱਚ ਦਾਖਲ ਕਰ ਦੂਗੀ, ਜਿੱਥੇ ਕੀ ਹੁੰਦਾ ਕਹਿੰਦਾ ਉਹ ਮਲ ਦੇ ਰੂਪ 'ਚ ਹੁੰਦਾ ਜਾਂ ਅਰਧ ਠੋਸ। ਅਰਧ ਠੋਸ ਹੋ ਗਿਆ ਕਿ ਲਿਕਵਿਡ, ਨਾ ਤਾਂ ਲਿਕਵਿਡ ਹੋਊਗਾ ਨਾ ਹੀ ਕੀ ਹੋਊਗਾ ਆਪਣਾ ਠੋਸ ਹੋਊਗਾ। ਤਾਂ ਅਰਧ ਠੋਸ ਹੋ ਗਿਆ, ਮਲ ਦੇ ਰੂਪ ਦੇ ਵਿੱਚ ਕੀ ਹੈ ਉਹ ਅੱਗੇ ਧੱਕ ਦੂਗੀ ਕਿਹਦੇ ਕੋਲੇ, ਗੁੱਦਾ ਕੋਲੇ। ਇਸ ਤੋਂ ਬਾਅਦ ਕਹਿੰਦਾ ਜਿਹੜੇ ਮਲ ਪਦਾਰਥਾਂ ਨੂੰ ਕਹਿੰਦਾ ਗੁੱਦਾ ਦੇ ਜਰੀਏ ਕਹਿੰਦਾ ਸਮੇਂ-ਸਮੇਂ ਤੇ ਸਰੀਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਮੋਸਟ ਇੰਪੋਰਟੈਂਟ ਲਾਈਨ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਵੀ ਕਰਵਾਈ ਸੀ ਤੁਹਾਨੂੰ, ਐਜੀਨੇਸ਼ਨ। ਐਜੀਨੇਸ਼ਨ ਕੀ ਹੁੰਦਾ ਕਿ ਸਰੀਰ ਦੇ ਵਿੱਚੋਂ ਰਹਿੰਦ ਖੂੰਦ ਨੂੰ ਬਾਹਰ ਕੱਢਣਾ। ਤਾਂ ਇਹ ਪੁੱਛਿਆ ਜਾਂਦਾ ਵਾਰ-ਵਾਰ, ਤਾਂ ਇਹ ਹੈ ਮੋਸਟ ਇੰਪੋਰਟੈਂਟ ਲਾਈਨ ਤੁਹਾਡੀ ਵੀਡੀਓ ਦੀ। ਨੈਕਸਟ ਦੇਖਦੇ ਆ ਭਾਈ, ਲਾਸਟ ਦੇ ਵਿੱਚ ਆ ਗਿਆ ਗੁੱਦਾ, ਜਿਹਨੂੰ ਕਹਿ ਦਿੰਦੇ ਆ ਰੈਕਟਮ, ਠੀਕ ਹੈ। ਅੰਸ ਵੀ ਕਹਿ ਦਿੰਦੇ ਆ, ਅੰਸ ਹੁੰਦਾ ਵੈਸੇ ਲਾਸਟ ਪਾਰਟ ਗੁੱਦਾ ਦਾ, ਉਹਦਾ ਐਂਡ ਪੁਆਇੰਟ। ਅੰਸ ਦੇ ਉੱਪਰ ਇਹਨਾਂ ਪੁੱਛਿਆ ਨਹੀਂ ਜਾਂਦਾ, ਕਈ ਵਾਰੀ ਅੰਸ ਤੇ ਰੈਕਟਮ ਨੂੰ ਇੱਕੋ ਚੀਜ਼ ਕਿਹਾ ਜਾਂਦਾ ਹੈ, ਠੀਕ ਹੈ। ਮਤਲਬ ਕਿ ਜਿਹੜੀ ਆਪਣੀ ਸਰੀਰ ਦੀ ਵੇਸਟੇਜ ਵਗੈਰਾ ਬਾਹਰ ਨਿਕਲਦੀ ਹੈ। ਤੇ ਹੁਣ ਕੀ ਹੈ ਰਾਜੇ, ਦੇਖੋ ਸਟਮਕ ਸੀਗਾ, ਸਟਮਕ ਤੋਂ ਬਾਅਦ ਸਮਾਲ ਇੰਟੈਸਟਾਈਨ ਸੀਗੀ, ਲਾਰਜ ਸੀਗੀ, ਜਿਹਨੂੰ ਕੋਲਨ ਬੈਕ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆ ਗਿਆ ਆਪਣਾ ਰੈਕਟਮ। ਕਹਿੰਦਾ ਰੈਕਟਮ ਕੀ ਹੈ, ਕਹਿੰਦਾ ਗੁੱਦਾ ਇੱਕ ਚੈਂਬਰ ਹੈ ਜੋ ਕਿ ਵੱਡੀ ਅੰਤੜੀ ਦੇ ਅੰਤ ਵਿੱਚ ਸਿਗੋਮਾਈਡ ਕੋਲਨ ਤੋਂ ਤੁਰੰਤ ਬਾਅਦ ਸ਼ੁਰੂ ਹੁੰਦਾ ਹੈ। ਤਾਂ ਤੁਹਾਨੂੰ ਮੈਂ ਕਰਾਇਆ ਸੀਗਾ, ਠੀਕ ਹੈ। ਤਾਂ ਯਾਦ ਰੱਖਿਓ ਸਿਗੋਮਾਈਡ ਕੋਲਨ ਤੋਂ ਬਾਅਦ ਸ਼ੁਰੂ ਹੋਊਗਾ ਆਪਣਾ ਗੁੱਦਾ। ਤਾਂ ਇਹ ਕਿੱਥੇ ਖਤਮ ਕਿੱਥੇ ਹੁੰਦਾ ਰਾਜੇ, ਅੰਸ਼ ਦੇ ਵਿੱਚ ਖਤਮ ਹੁੰਦਾ ਆਪਣਾ ਰੈਕਟਮ। ਤਾਂ ਰਾਈਟ, ਹੁਣ ਕਹਿੰਦਾ ਗੁੱਦਾ ਕੀ ਹੈ, ਕਹਿੰਦਾ ਸਿੱਧਾ ਇੱਕ ਗਲੈਂਡ ਹੈ, ਮਤਲਬ ਸਿੱਧਾ ਇੱਕ ਚੀਜ਼ ਹੈ ਜਿਹੜੀ ਕਿ 8 ਇੰਚ ਦਾ ਚੈਂਬਰ ਹੈ ਜੋ ਕਿ ਕੋਲਨ ਨੂੰ ਗੁੱਦੇ ਨਾਲ ਜੋੜਦਾ ਹੈ। ਤਾਂ ਠੀਕ ਹੈ ਭਾਈ, ਇਹ 8 ਇੰਚ ਦਾ ਹੁੰਦਾ, ਇਹਦੀ ਲੰਬਾਈ ਕਿੰਨੀ ਆ, 8 ਇੰਚ ਹੈ। ਤਾਂ ਇਹਦਾ ਕੰਮ ਕੀ ਹੈ ਰਾਜੇ, ਕਹਿੰਦਾ ਕੋਲਨ ਤੋਂ ਕੀ ਕਰਨਾ, ਰਹਿੰਦ ਖੂੰਦ ਪ੍ਰਾਪਤ ਕਰਨਾ। ਕੋਲਨ ਕਿਹਦਾ ਨਾਮ ਹੈ, ਆਪਣੀ ਵੱਡੀ ਅੰਤੜੀ ਦਾ ਨਾਮ। ਤਾਂ ਬਸ ਇਹਦਾ ਕੰਮ ਸਿਰਫ ਉਹ ਤੋਂ ਪ੍ਰਾਪਤ ਕਰਨਾ ਤੇ ਸਰੀਰ ਤੋਂ ਬਾਹਰ ਕੱਢਣਾ ਮਲ ਮੂਤਰ ਨੂੰ। ਰਾਈਟ ਹੈ, ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਬੜੀ ਪਸੰਦ ਆਈ ਹੋਊਗੀ ਔਰ ਕਾਫੀ ਇਨਫੋਰਮੇਟਿਵ ਸੀਗੀ ਰਾਜੇ। ਕਈ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੋਣਗੀਆਂ, ਤੁਹਾਨੂੰ ਪਤਾ ਚੱਲ ਗਈਆਂ ਹੋਣਗੀਆਂ। ਹੁਣ ਇਸੇ ਨਾਲ ਰਿਲੇਟਡ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ, ਬਾਇਲ ਜੂਸ ਵਗੈਰਾ ਲੀਵਰ 'ਚ ਕਿਵੇਂ ਪੈਦਾ ਹੁੰਦਾ ਹੈ, ਉਹ ਕਿਵੇਂ ਹੈਲਪ ਕਰਦਾ ਸਰੀਰ ਦੇ ਵਿੱਚ ਮਤਲਬ ਭੋਜਨ ਪਚਾਉਣ ਵਾਸਤੇ, ਭੋਜਨ ਨੂੰ ਪਾਚਨ ਦੇ ਵਿੱਚ ਕਨਵਰਟ ਕਰਨ ਵਾਸਤੇ ਕਿਵੇਂ ਮਦਦ ਕਰਦਾ ਹੈ। ਕਿਉਂਕਿ ਪੁੱਛਿਆ ਜਾਂਦਾ ਕਈ ਵਾਰੀ ਬਾਇਲ ਜੂਸ ਕਿੱਥੇ ਪੈਦਾ ਹੁੰਦਾ ਹੈ, ਸੈਲਵਰੀ ਗਲੈਂਡਸ ਕੀ ਹੁੰਦੇ ਨੇ, ਫਲਾਨਾ ਟਮਕਾ ਕੀ ਹੁੰਦਾ ਹੈ। ਤਾਂ ਆਪਾਂ ਪੜਾਂਗੇ ਬਹੁਤ ਵਧੀਆ ਢੰਗ ਦੇ ਨਾਲ। ਤੇ ਆਹ ਕੁਐਸਚਨ ਦਾ ਤੁਸੀਂ ਆਨਸਰ ਕਰਨਾ ਤੇ ਨਾਲ ਹੀ ਦੱਸਣਾ ਵੀਡੀਓ ਕਿਵੇਂ ਦੀ ਲੱਗੀ। ਕਹਿੰਦਾ ਭੋਜਨ ਦਾ ਪੂਰਨ ਤੌਰ ਤੇ ਹਜਮ ਹੋਣਾ ਕਿੱਥੇ ਹੁੰਦਾ ਹੈ, ਤਾਂ ਕਿੱਥੇ ਅਬਜ਼ੌਰਬ ਹੁੰਦਾ, ਤੁਹਾਨੂੰ ਮੈਂ ਦੱਸ ਕੇ ਹਟਿਆ। ਪੇਟ ਦੇ ਵਿੱਚ ਹੁੰਦਾ ਹੈ, ਛੋਟੀ ਅੰਤੜੀ 'ਚ ਹੁੰਦਾ ਹੈ, ਪਾਚਕ ਦੇ ਵਿੱਚ ਹੁੰਦਾ ਜਾਂ ਵੱਡੀ ਅੰਤੜੀ ਦੇ ਵਿੱਚ। ਤਾਂ ਆਨਸਰ ਜ਼ਰੂਰ ਕਰਿਓ ਰਾਜੇ। ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ। ਜੇ ਕਿਸੇ ਨੂੰ ਕਿਸੇ ਵੀ ਚੀਜ਼ 'ਚ ਪ੍ਰੋਬਲਮ ਹੁੰਦੀ ਹੈ, 24/7 ਤੁਹਾਡੇ ਕੋਲੇ ਮੇਰਾ ਨੰਬਰ ਹੈ, ਤੁਸੀਂ ਕੁਐਰੀ ਕਰ ਸਕਦੇ ਹੋ ਰਾਜੇ। ਪਲੀਜ਼ ਪੜੋ, ਮਿਹਨਤਾਂ ਕਰੋ, ਦੱਬ ਕੇ ਮਿਹਨਤ ਕਰੋ ਔਰ ਪੇਪਰ ਨੂੰ ਆਪਾਂ ਕਲੀਅਰ ਕਰਨਾ ਹੈ। ਕਿਉਂਕਿ ਜਿੰਨੇ ਵੀ ਬੱਚੇ ਆਪਣੇ ਨਾਲ ਜੁੜੇ ਆ, ਆਪਣੀ ਮੇਰੀ ਦਿਲ ਤੋਂ ਅਰਦਾਸ ਹੈ ਤੁਸੀਂ ਸਾਰੇ ਮਿਹਨਤ ਕਰੋ, ਸਾਰੇ ਜੌਬ ਪਾਓ ਤੇ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰੋ। ਧੰਨਵਾਦ, ਸਰਬਤ ਦਾ ਭਲਾ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਬਾਬਾ ਮਿਹਰ ਕਰੇ।